ਹੁਣ ਚੰਡੀਗੜ੍ਹ ਬਣਿਆ ਸੀ, ਬੜੇ ਪਿੰਡ ਉਜਾੜੇ ਗਏ, ਕੋਈ ਮੁਆਵਜ਼ਾ ਨਹੀਂ ਮਿਲਿਆ, ਹਾਹਾਕਾਰ ਮਚੀ ਸੀ, ਬੜੇ ਬੰਦੇ ਬਣੇ। ਜਦੋਂ 14 ਸੈਕਟਰ ਯੂਨੀਵਰਸਿਟੀ ਜਿੱਥੇ ਬਣੀ ਹੈ 13 ਬੰਦੇ ਮਰ ਗਏ ਸੀ। ਹੁਣ ਆਲੇ ਦੁਆਲੇ ਤੁਸੀਂ ਪਿੰਡ ਲੈ ਲਏ, ਐਮਸੀਯੂ ਦੇ ਸੈਂਟਰ 'ਚ ਜ਼ਮੀਨ ਛੱਡਤੀ। ਇਹ ਮੈਨੂੰ ਨਹੀਂ ਪਤਾ ਵੀ ਕਿਹੜਾ ਦਿਮਾਗ ਲਾਇਆ, ਕਿਹਨੇ ਕੀ ਕੀਤਾ। ਪਿਕ ਐਂਡ ਚੂਜ਼ ਪਾਲਿਸੀ, ਮੈਂ ਕਿਹਾ ਜੀ ਪਿਕ ਐਂਡ ਚੂਜ਼ ਤੋਂ ਵੀ ਮਾੜੀ ਹੈ। ਇਹ ਦੇਖੋ ਪੈਰੀਫੇਰੀ ਐਕਟ ਬਾਕੀ ਜਗ੍ਹਾ ਖਤਮ ਹੈ, ਪੰਜਾਬ ਹਰਿਆਣਾ ਕਿੱਥੇ ਗਿਆ ਜੀ? 16 ਮਾਈਲਸ ਦੇ ਸੀ। ਕਰੋ, ਢਾਹ ਦਿਓ ਜੀ, ਮੌਲੀ ਢਾਹ ਦਿਓ, ਪੰਚਕੂਲਾ ਢਾਹ ਦਿਓ, ਇੱਧਰ ਮੁੱਲਾਂਪੁਰ ਢਾਹ ਦਿਓ, ਲਾਓ ਪੈਰੀਫੇਰੀ ਐਕਟ ਕਰੋ। ਕੱਲਾ 23 ਪਿੰਡਾਂ ਲਈ ਪੈਰੀਫੇਰੀ ਐਕਟ ਹੈ ਇਹ। ਚੰਡੀਗੜ੍ਹ ਇਹੋ ਜਿਹਾ ਸ਼ਹਿਰ ਹੈ ਜੀ, ਇਹ ਪੱਥਰਾਂ ਦਾ ਹੀ ਸ਼ਹਿਰ ਹੈ ਵੀ ਜਿਨ੍ਹਾਂ ਨੇ ਇਹਨਾਂ ਲਈ ਕੀਤਾ ਨਾ ਵੀ ਉਹਨਾਂ ਨੂੰ ਮਾਰੂਗੇ ਕਿਵੇਂ, ਜਿਵੇਂ ਇਹ ਬਚ ਗਏ। ਇਹ ਬਚ ਕਿਵੇਂ ਗਏ? ਇਹਨਾਂ ਨੂੰ ਅਸੀਂ ਕੁਝ ਵੀ ਨਹੀਂ ਕਰਨ ਦੇਣਾ। ਤੁਸੀਂ ਪੁੱਛਿਆ ਸਟੇਟਸ ਕੀ ਹੈ, ਸਾਨੂੰ ਤਾਂ ਇਹ ਨਹੀਂ ਪਤਾ ਸ਼ਹਿਰੀ ਹੈ, ਪਿੰਡੂ ਹੈ ਜਾਂ ਰਿਫਿਊਜੀ ਹੈ। ਸਾਡਾ ਹਾਲ ਦਾ ਰਿਫਿਊਜੀਆਂ ਤੋਂ ਵੀ ਮਾੜਾ ਹੈ। ਜਦੋਂ ਚੰਡੀਗੜ੍ਹ ਦੇ ਵਿੱਚ ਖੜ ਕੇ ਚੰਡੀਗੜ੍ਹ ਦਾ ਹੀ ਇੱਕ ਵਸਨੀਕ ਇਹ ਸਵਾਲ ਕਰੇ ਕਿ ਅਸੀਂ ਪੇਂਡੂ ਹਾਂ ਜਾਂ ਸ਼ਹਿਰੀ ਹਾਂ ਜਾਂ ਰਿਫਿਊਜੀ ਹਾਂ, ਤਾਂ ਵਾਕਈ ਸਵਾਲ ਬਹੁਤ ਵੱਡਾ ਹੈ। ਉਹ ਵੀ ਉਦੋਂ ਜਦੋਂ ਕਹਿਣ ਵਾਲਾ ਖੁਦ ਬੀਜੇਪੀ ਦਾ ਨੋਮੀਨੇਟਿਡ ਕਾਉਂਸਲਰ ਹੋਵੇ। ਗੱਲਬਾਤ ਕਰਾਂਗੇ, ਸਾਡੇ ਨਾਲ ਇਸ ਵੇਲੇ ਮੌਜੂਦ ਨੇ ਸਰਦਾਰ ਸਤਿੰਦਰ ਸਿੱਧੂ ਜੀ। ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਸਿੱਧੂ ਸਾਹਿਬ, ਬਹੁਤ ਸਵਾਗਤ। ਬਹੁਤ ਮਿਹਰਬਾਨੀ ਅਮਨਦੀਪ ਜੀ, ਠਾਕੁਰ ਸਾਹਿਬ। ਸਿੱਧੂ ਸਾਹਿਬ, ਨੌਬਤ ਕਿਉਂ ਆਈ? ਤੁਸੀਂ ਕਹਿੰਦੇ ਹੋ ਸਾਨੂੰ ਇਹੀ ਨਹੀਂ ਪਤਾ ਕਿ ਅਸੀਂ ਪੇਂਡੂ ਹਾਂ, ਸ਼ਹਿਰੀ ਹਾਂ ਜਾਂ ਫਿਰ ਅਸੀਂ ਰਿਫਿਊਜੀ ਹਾਂ। ਇਹ ਨੌਬਤ ਕਿਉਂ ਆਈ? ਉਹ ਵੀ ਤੁਸੀਂ ਕਹਿ ਰਹੇ ਹੋ, ਤੁਸੀਂ ਤਾਂ ਬੀਜੇਪੀ ਦੇ ਨੋਮੀਨੇਟਿਡ ਕਾਉਂਸਲਰ ਹੋ। ਦੇਖੋ ਜੀ, ਪਹਿਲੀ ਗੱਲ ਤਾਂ ਇਹ ਮੈਨੂੰ ਨੋਮੀਨੇਟ ਗਵਰਨਰ ਸਾਹਿਬ ਨੇ ਕੀਤਾ ਹੈ। ਨੋਮੀਨੇਸ਼ਨ 'ਚ ਮੈਂ ਨਹੀਂ ਕਹੂੰਗਾ ਜੀ, ਕਿਉਂਕਿ ਜਿਹੜੀ ਗਵਰਨਰ ਸਾਹਿਬ ਨੇ ਕੀਤਾ ਹੁੰਦਾ ਹੈ ਉਹਦਾ ਪਾਰਟੀ ਨਾਲ ਕੋਈ ਸੰਬੰਧ ਨਹੀਂ ਹੁੰਦਾ। ਉਹ ਇੱਕ ਅਸੀਂ ਸਾਰੇ ਚੰਡੀਗੜ੍ਹ ਦਾ, ਮੈਂ ਇੱਕ ਸਾਂਝਾ ਕਾਉਂਸਲਰ ਹਾਂ। ਗਵਰਨਰ ਸਾਹਿਬ ਨੇ ਆਪਣੇ ਸੂਝ-ਬੂਝ ਨਾਲ ਕੀਤਾ ਹੈ, ਮੇਰੀ ਨਾਲ 8 ਹੋਰ ਕੀਤੇ ਹੈ, ਮੈਂ ਇਕੱਲਾ ਨਹੀਂ ਕੀਤਾ। ਸਾਰਾ ਬੈਕਗਰਾਊਂਡ ਦੇਖ ਕੇ ਕੀਤਾ ਹੈ। ਕੁਛ ਸਿਸਟਮ, ਜਿਵੇਂ ਮੇਰਾ ਜੱਦੀ ਪੁਸ਼ਤੀ ਪਿੰਡ ਸੀ, ਪਿੰਡਾਂ 'ਚੋਂ ਅੱਜ ਤੱਕ ਜੱਦੀ ਪੁਸ਼ਤੀ 'ਚੋਂ ਕੋਈ ਵੀ ਬੰਦਾ ਨੋਮੀਨੇਟ ਨਹੀਂ ਹੋਇਆ ਸੀ ਹਿਸਟਰੀ 'ਚ ਜਦੋਂ ਦੀ ਐਮਸੀ ਬਣੀ ਹੈ। ਮੈਂ ਇਹਦੇ 'ਚ ਗਵਰਨਰ ਸਾਹਿਬ ਦਾ ਵੀ ਬੜਾ ਧੰਨਵਾਦ ਕਰਦਾ, ਜਿਹਨੇ ਸਾਨੂੰ ਪਿੰਡਾਂ ਨੂੰ, ਯੂਟੀ ਦੇ ਜਿਹਦੇ 'ਤੇ ਇਹ ਸ਼ਹਿਰ ਬਣਿਆ ਹੈ ਉਹਦੇ 'ਚ ਸਾਨੂੰ ਨੁਮਾਇੰਦਗੀ ਦਿੱਤੀ ਕਿ ਇਹ ਐਮਸੀ 'ਚ ਆਉਣ। ਇਹ ਹਿਸਟਰੀ 'ਚ ਫਸਟ ਟਾਈਮ ਹੈ ਵੀ ਸਾਨੂੰ ਉਰੇ ਨੋਮੀਨੇਸ਼ਨ ਪਜਾਈ ਹੈ ਤੇ ਅਸੀਂ ਉਰੇ ਤੱਕ ਪਹੁੰਚੇ ਹਾਂ। ਤੇ ਇਹਦੇ ਵਿੱਚ ਠੀਕ ਹੈ, ਮੈਂ ਬੀਜੇਪੀ ਦਾ ਇੱਕ ਅਹੁਦੇਦਾਰ ਹਾਂ। ਇਹਦੇ ਵਿੱਚ ਮੈਂ ਧੰਨਵਾਦ ਕਰਦਾ ਅਰੁਣ ਸੂਦ ਜੀ ਦਾ, ਜਿਹੜੇ ਬੀਜੇਪੀ ਦੇ ਸਾਬਕਾ ਪ੍ਰਧਾਨ ਹੈ, ਜਿਨ੍ਹਾਂ ਨੇ ਪਿੰਡਾਂ 'ਚ ਜਾ ਕੇ ਦੇਖਿਆ ਵੀ ਇਹਨਾਂ ਦਾ ਹਾਲ, ਜਿਹੜੇ ਇਹਨੂੰ ਵਸਾਉਣ ਵਾਲੇ ਹੈ, ਜਿਹਦੀ ਪਾਪੂਲੇਸ਼ਨ 4-5 ਲੱਖ ਪਾਪੂਲੇਸ਼ਨ ਐਟ ਪ੍ਰੈਜ਼ੈਂਟ ਚੰਡੀਗੜ੍ਹ ਦੇ 23 ਪਿੰਡ ਹੈ, ਮਨੀ ਮਾਜਰਾ ਇੰਕਲੂਡ ਕਰਕੇ ਤਾਂ ਸਾਡੀ ਉਹਨੂੰ ਪਿੰਡੇ ਗਿਣਦੇ ਹਾਂ ਅਸੀਂ, ਫਿਰ ਤਾਂ ਸਾਡੀ 6 ਲੱਖ ਹੋ ਜਾਂਦੀ ਹੈ। ਜਿਹੜਾ ਇੱਕ ਬਹੁਤ ਸਟਰੋਂਗ ਵੋਟ ਬੈਂਕ ਹੈ, ਜਿਨ੍ਹਾਂ ਨੂੰ ਅੱਜ ਤੱਕ ਨੁਮਾਇੰਦਗੀ ਨਹੀਂ ਮਿਲੀ ਨੋਮੀਨੇਸ਼ਨ 'ਚ। ਇਹ ਹੁਣ ਉਹਨਾਂ ਨੇ ਕਿਹਾ, ਉਹਨਾਂ ਨੇ ਵੀ ਸਾਡਾ ਸਿਸਟਮ ਦੇਖਿਆ ਤੇ ਕਹਿੰਦੇ ਬਾਈ ਮੈਂ ਤੁਹਾਡਾ ਸਾਥ ਦਊਂਗਾ ਨੋਮੀਨੇਸ਼ਨ 'ਚ, ਜੋ ਵੀ ਹੋਇਆ ਤੇ ਤੁਹਾਨੂੰ ਮੈਂ ਪਿੰਡਾਂ ਨੂੰ ਨੁਮਾਇੰਦਗੀ ਦੇਣ ਦੀ ਕੋਸ਼ਿਸ਼ ਕਰੂੰਗਾ। ਅਸੀਂ ਉਹਨਾਂ ਕੋਲ ਅਰਜ਼ੋਈ ਕੀਤੀ ਸੀ। ਮੈਂ ਉਹਨਾਂ ਦਾ ਵੀ ਬਹੁਤ ਧੰਨਵਾਦੀ ਹਾਂ, ਗਵਰਨਰ ਸਾਹਿਬ ਦਾ ਧੰਨਵਾਦੀ ਹਾਂ, ਤੇ ਜਿਨ੍ਹਾਂ ਦਾ ਇਹਦੇ 'ਚ ਹੱਥ ਹੈ ਮੈਂ ਸਭ ਦਾ ਧੰਨਵਾਦੀ ਹਾਂ। ਲੇਕਿਨ ਸਿੱਧੂ ਸਾਹਿਬ, ਮੈਂਬਰ ਪਾਰਲੀਮੈਂਟ ਚੰਡੀਗੜ੍ਹ ਦੇ ਵਿੱਚ ਬੀਜੇਪੀ ਦੇ ਨੇ, ਤੁਸੀਂ ਬੀਜੇਪੀ ਦੇ ਨੁਮਾਇੰਦੇ ਹੋ, ਫਿਰ ਵੀ ਅੱਜ ਨੌਬਤ ਆ ਗਈ ਕਿ ਤੁਹਾਨੂੰ ਇੱਕ ਪੁੱਛਣਾ ਪੈ ਰਿਹਾ ਹੈ ਕਿ ਪੇਂਡੂ, ਸ਼ਹਿਰੀ ਜਾਂ ਰਿਫਿਊਜੀ ਹਾਂ ਅਸੀਂ, ਸਟੇਟਸ ਕੀ ਹੈ ਸਾਡਾ? ਦੇਖੋ ਜੀ, ਪਹਿਲਾਂ ਤਾਂ ਇੱਕ ਗੱਲ ਇਹਦੇ 'ਚ ਪੋਲੀਟਿਕਸ, ਮੈਂ ਐਟ ਪ੍ਰੈਜ਼ੈਂਟ ਜਿਹੜੀ ਇੰਟਰਵਿਊ ਦੇ ਰਿਹਾ ਹਾਂ, ਮੈਂ ਇੱਕ ਜ਼ਮੀਂਦਾਰ ਹੋਣੇ ਦੇ ਨਾਤੇ ਦੇ ਰਿਹਾ, ਇੱਕ ਜੱਦੀ ਪੁਸ਼ਤੀ ਬੰਦਾ ਹੋਣੇ ਦੇ ਨਾਤੇ ਦੇ ਰਿਹਾ ਉਰੇ ਦਾ। ਮੈਂ ਕੋਈ ਪੋਲੀਟੀਕਲ ਬੰਦਾ ਹੋਣੇ ਦੇ ਨਾਤੇ ਨਹੀਂ ਇੰਟਰਵਿਊ ਦੇ ਰਿਹਾ। ਦੇਖੋ ਜੀ, ਪ੍ਰੋਬਲਮ ਹੈ, ਹਰ ਵਰਗ, ਹਰ ਸਿਸਟਮ ਨੂੰ ਪ੍ਰੋਬਲਮਾਂ ਰਹਿੰਦੀਆਂ। ਆਪਾਂ ਗੱਲ ਕਰੀਏ ਜਦੋਂ ਤੋਂ, ਹੁਣ ਆਪਾਂ ਗੱਲ ਕਰ ਰਹੇ ਹਾਂ ਵੀ ਪ੍ਰੋਬਲਮ ਇੱਦਾਂ ਹੈਗੀ ਕਿਉਂਕਿ ਐਕਟ ਬਣਦੇ ਆ, ਰੂਲ ਬਣਦੇ। ਹੁਣ ਚੰਡੀਗੜ੍ਹ ਬਣਿਆ ਸੀ, ਬੜੇ ਪਿੰਡ ਉਜਾੜੇ ਗਏ, ਕੋਈ ਮੁਆਵਜ਼ਾ ਨਹੀਂ ਮਿਲਿਆ, ਹਾਹਾਕਾਰ ਮਚੀ ਸੀ, ਬੜੇ ਬੰਦੇ ਬਣੇ। ਜਦੋਂ 14 ਸੈਕਟਰ ਯੂਨੀਵਰਸਿਟੀ ਜਿੱਥੇ ਬਣੀ ਹੈ 13 ਬੰਦੇ ਮਰ ਗਏ ਸੀ। ਤੇ ਜੋ ਅਸੀਂ ਬਜ਼ੁਰਗਾਂ ਤੋਂ ਸੁਣਿਆ ਹੈ, ਤੇ ਐਟ ਪ੍ਰੈਜ਼ੈਂਟ ਅਸੀਂ ਇਹ ਸਿਸਟਮ 'ਚ ਹੈ ਕਿ ਜੱਦੀ ਪੁਸ਼ਤੀਆਂ ਨੂੰ ਇੱਕ ਉਹਨਾਂ ਦਾ ਬਣਦਾ ਹੱਕ ਦਿੱਤਾ ਜਾਵੇ, ਜਿਹੜਾ ਕਿ ਜਿਵੇਂ ਅਮਰੀਕਾ ਹੈ, ਰੈੱਡ ਇੰਡੀਅਨ ਹੈ ਉੱਥੇ ਦੇ ਓਰੀਜਨਲ ਵਸਿੰਦੇ, ਉਹਨਾਂ ਨੂੰ ਕੁਝ ਖਾਸ ਰਿਆਇਤਾਂ ਹੈ, ਜਿਹੜਾ ਕੁਝ ਕੰਟਰੀਬਿਊਸ਼ਨ ਕਰਦਾ। ਕਿਉਂਕਿ ਸਾਡੀਆਂ ਜ਼ਮੀਨਾਂ ਗਈਆਂ ਉਰੇ, ਸਾਡਾ ਸਭ ਕੁਝ ਜ਼ਮੀਨਾਂ ਉਰੇ ਸਾਰੇ ਵਰਗ ਦੀਆਂ ਸੀ, ਇਕੱਲੇ ਜ਼ਮੀਂਦਾਰਾਂ ਦੇ ਨਹੀਂ ਸੀ। ਪਿੰਡ 'ਚ ਨਾ ਸਾਰੇ ਵਰਗ ਸੀ, ਜੱਟ ਸੀ, ਐਸਸੀ ਸੀ, ਤਖਾਣ ਸੀ, ਲੁਹਾਰ ਸੀ, ਧੋਬੀ ਸੀ, ਸਾਰੇ ਵਰਗ ਸੀ, ਬੜੇ ਪਿਆਰ ਨਾਲ ਰਹਿੰਦੇ ਸੀ। ਕਿਸੇ ਕੋਲ ਕਨਾਲ ਸੀ, ਕਿਸੇ ਕੋਲ 2 ਕਨਾਲ, ਕਿਸੇ ਕੋਲ 2 ਏਕੜ, ਕਿਸੇ ਕੋਲ 3 ਏਕੜ, ਉਸ ਹਿਸਾਬ ਨਾਲ ਸਾਰਿਆਂ ਕੋਲ ਸੀ।
ਪਰ ਚੰਡੀਗੜ੍ਹ ਬਣਿਆ, ਕਿਸੇ ਦੀ ਕਨਾਲ ਲੈ ਲਈ, 2 ਕਨਾਲ ਲੈ ਲਈ, ਡਿਵੈਲਪ ਹੋਇਆ, ਕੋਈ ਗੱਲ ਨਹੀਂ, ਡਿਵੈਲਪ ਕਰੋ, ਡਿਵੈਲਪਮੈਂਟ ਦੇ ਅਸੀਂ ਖਿਲਾਫ ਨਹੀਂ ਹੈ। ਪਰ ਉਹਨਾਂ ਲਈ ਇੱਕ ਰੀਹੈਬਲੀਟੇਸ਼ਨ ਪਾਲਿਸੀ ਉਜਾੜਨ ਤੋਂ ਪਹਿਲਾਂ ਬਣਨੀ ਚਾਹੀਦੀ ਹੈ। ਹੁਣ ਜਿਹੜੇ ਪਿੰਡ ਉਜੜੇ ਹੈ ਉਹਨਾਂ ਦਾ ਹਾਲ ਮਜ਼ਦੂਰਾਂ ਤੋਂ ਵੀ ਮਾੜਾ ਹੈ, ਮੈਨੂੰ ਪਤਾ ਹੈ। ਘੱਟੋ ਘੱਟ ਮੈਂ ਇਹ ਜੇ 300-400 ਬੰਦਿਆਂ ਨੂੰ ਜਾਣਦਾ ਹੈ ਜਿਹੜਾ ਕਿ ਉਰੇ ਤੋਂ ਉਜੜਨ ਤੋਂ ਬਾਅਦ ਬਹੁਤ ਮਜ਼ਦੂਰਾਂ ਵਾਲਾ ਹਾਲ ਹੈ। ਨਾ ਉਹਨਾਂ ਨੂੰ ਉਰੇ ਕੁਝ ਮਿਲਿਆ ਹੈ, ਨਾ ਕੋਈ ਪਾਲਿਸੀ ਬਣੀ ਹੈ। ਬੜਾ ਦੁੱਖ ਲੱਗਿਆ ਜਦੋਂ ਉਹ ਦੇਖ ਕੇ। ਤੇ ਇਸ ਸਿਸਟਮ 'ਚ ਹੁਣ ਜਿਹੜੇ ਪਿੰਡ ਬਚੇ ਹੈ ਉਹਨਾਂ ਦਾ ਮੇਰੀ ਕੋਸ਼ਿਸ਼ ਹੈ, ਮੈਂ ਇੱਕ ਨੁਮਾਇੰਦਾ ਹੈ, ਮੈਨੂੰ ਇਹ ਹੱਕ ਮਿਲਿਆ, ਮੈਂ ਨੋਮੀਨੇਟ ਹੋਇਆ ਹੈ, ਮੈਨੂੰ ਕੁਝ ਸਪੈਸੀਫਿਕ ਹੱਕ ਮਿਲਿਆ ਵੀ ਮੈਂ ਅਫਸਰਾਂ ਤੱਕ ਸਾਨੂੰ ਆਵਾਜ਼ ਪਹੁੰਚਾਉਣੀ ਸੌਖੀ ਹੈ। ਸੋ ਮੈਂ ਆਪਣਾ ਕੰਮ ਕਰ ਰਿਹਾ ਹਾਂ, ਮੈਂ ਆਪਣਾ ਜਿਹੜਾ ਮੇਰਾ ਕਰਮ ਹੈ ਉਹ ਕਰ ਰਿਹਾ ਹਾਂ, ਤਾਂ ਕਿ ਜਿਹੜੇ 23 ਪਿੰਡ ਬਚੇ ਹੈ ਮੈਂ ਉਹਨਾਂ ਦੇ ਕੁਝ ਮਦਦ ਕਰਾਂ, ਔਰ ਜਿਹੜੇ ਉਜਾੜੇ ਗਏ ਹੈ ਮੈਂ ਉਹਨਾਂ ਦੀ ਵੀ ਮਦਦ ਕਰਾਂ। ਤੇ ਮੇਰਾ ਖੁੱਲ੍ਹਾ ਹੈ ਜੀ, ਕੋਈ ਵੀ ਮੇਰੇ ਕੋਲ ਇੱਕ ਮੇਰੇ 'ਚ ਉਹਨਾਂ ਲਈ ਇੱਕ ਰਹਿਮਦਿਲੀ ਤਾਂ ਹੈ, ਕਿਉਂਕਿ ਜਦੋਂ ਉਜਾੜੇ ਦਾ ਦਰਦ ਬੜਾ ਔਖਾ ਹੁੰਦਾ ਹੈ ਜੀ, ਬਹੁਤ ਔਖਾ। ਹੁਣ ਤੁਸੀਂ ਕਿਹਾ ਵੀ ਸਾਨੂੰ ਆਪਣਾ ਸਟੇਟਸ ਇਹ ਨੌਬਤ ਤਾਂ ਆਈ ਤੁਹਾਨੂੰ। ਹੁਣ ਮੈਂ ਇੰਨੀ ਗੱਲ ਦੱਸੀ ਹੈ ਵੀ 300-400 ਘਰ ਮਜ਼ਦੂਰਾਂ ਵਰਗੀ ਜ਼ਿੰਦਗੀ ਜੀ ਰਿਹਾ ਹੈ। ਹੁਣ ਰੈੱਡ ਇੰਡੀਅਨ ਅਮਰੀਕਾ 'ਚ ਬੜੀ ਫੈਸਿਲਿਟੀਆਂ ਹੈ, ਡਿਵੈਲਪਰ ਕੰਟਰੀ ਹੈ, ਤੇ ਉਰੇ ਸਾਨੂੰ ਤਾਂ ਇਹੀ ਨਹੀਂ ਪਤਾ ਵੀ ਸਾਡੀ ਫੈਸਿਲਿਟੀ ਜਿਹੜੀ ਮਾੜੀ ਮੋਟੀ ਬਚੀ ਹੈ ਉਹ ਨਾ ਚਲੀ ਜਾਵੇ। ਫੈਸਿਲਿਟੀ ਵੀ ਕੀ ਹੈ ਸਾਡੀ, ਆਪਣੇ ਜ਼ਮੀਨਾਂ ਹੈ। ऐसा क्यों भाई, ऐसा विचार भी दिल विच क्यों आया? ਇਹ ਵਿਚਾਰ ਇਸ ਕਰਕੇ ਆਇਆ ਜੀ 2000 ਪਹਿਲਾਂ ਤਾਂ ਪੰਚਾਇਤਾਂ ਸੀ ਜੀ, ਜਦੋਂ ਦੇ ਅਸੀਂ ਜੰਮੇ ਆ ਸਾਰੇ ਸਟਾਰਟਿੰਗ ਤੋਂ ਨਾ ਪੰਚਾਇਤਾਂ ਦੇ ਅੰਡਰ 23 ਪਿੰਡ ਸੀ। ਉਹ ਤੋਂ ਬਾਅਦ ਹੌਲੇ ਹੌਲੇ ਕੀ ਹੋਇਆ 2018 25 ਆ ਮੇਰੇ ਕੋਲ ਨੋਟੀਫਿਕੇਸ਼ਨ ਹੈ 25 ਅਕਤੂਬਰ 2018 ਇੱਕ ਸਰਕਾਰ ਨੋਟੀਫਿਕੇਸ਼ਨ ਕਰਦੀ ਹੈ ਕਿ ਅਸੀਂ ਇਹ ਪੰਚਾਇਤਾਂ ਤੋੜਦੀਆਂ, ਇਹ ਤੋਂ 5-6 ਦਿਨ ਪਹਿਲਾਂ ਕਿ ਅਸੀਂ ਪੰਚਾਇਤਾਂ ਤੋੜਤੀਆਂ ਤੇ ਤੁਸੀਂ ਕਾਰਪੋਰੇਸ਼ਨ 'ਚ ਆ ਗਏ ਹੋ, ਤੁਹਾਡੇ ਪਿੰਡ ਇਕੱਲੇ ਪਿੰਡ ਨਹੀਂ ਆਏ। ਇਹ ਮੇਰੇ ਕੋਲ ਮੈਂ ਦਿਖਾਣਾ ਹੈ ਨੋਟੀਫਿਕੇਸ਼ਨ, ਟੋਟਲ ਏਰੀਆ ਆਫ ਰੈਵਨਿਊ ਅਸਟੇਟ, ਇਹ ਪਿੰਡਾਂ ਦੇ ਨਾਮ ਹੈ ਜੀ ਇਕੱਲੇ ਇਕੱਲਿਆਂ ਦੇ। ਰਾਏਪੁਰ ਕਲਾਂ, ਕ੍ਰਿਸ਼ਨਗੜ੍ਹ, ਮੌਲੀ ਜਾਗਲਾ, ਮੱਖਣ ਮਾਜਰਾ, ਬਹਿਲਾਣਾ, ਦੜੀਆ, ਧਨਾਸ, ਸਾਰੰਗਪੁਰ, ਖੁੱਡਾ ਅਲੀਸ਼ੇਰ, ਖੁੱਡਾ ਜੱਸੂ, ਖੁੱਡਾ ਲਾਹੌਰਾ, ਕੈਂਬਵਾਲਾ, ਵੀ ਇਹਨਾਂ ਦਾ ਟੋਟਲ ਏਰੀਆ ਆਫ ਰੈਵਨਿਊ ਅਸਟੇਟ ਇੰਕਲੂਡਿੰਗ ਏਰੀਆ ਅੰਡਰ ਆਬਾਦੀ ਦੇ। ਇਹਦਾ ਮਤਲਬ ਹੋਇਆ ਕਿ ਸਾਰੀ ਖੇਤੀਬਾੜੀ ਵਾਲੀ ਜ਼ਮੀਨ ਪਲੱਸ ਆਬਾਦੀ ਲਾਲ ਡੋਰੇ ਤੋਂ ਅੰਦਰ ਇਹ ਐਮਸੀ ਨੇ ਲੈ ਲਈ ਹੈ ਜੀ। ਬੜੀ ਅੱਛੀ ਗੱਲ ਹੈ ਜੀ, ਅਸੀਂ ਅਰਬਨ ਹੋ ਗਏ। ਬੜੀ ਸਾਨੂੰ ਵੀ ਇਹ ਸੀ ਵੀ ਸਾਡੀ ਡਿਵੈਲਪਮੈਂਟ ਹੋਊਗੀ, शहरी हो गए, ਸ਼ਹਿਰੀ ਹੋ ਗਏ, मतलब पेंडू तो शहरी हो गए। ਪਿੰਡੂ ਤੋਂ ਸ਼ਹਿਰੀ ਹੋ ਗਏ। ਜੋ ਸਾਨੂੰ ਲੱਗਿਆ ਸਾਰਿਆਂ ਨੂੰ ਲੱਗਿਆ ਜਿੰਨੇ 5-6 ਲੱਖ ਆਪਣੇ ਉਰੇ ਪਾਪੂਲੇਸ਼ਨ ਹੈ, ਚਲੋ ਠੀਕ ਹੋ ਗਿਆ। ਉਹ ਤੋਂ ਬਾਅਦ ਜੀ 2.5 ਮਹੀਨੇ 2-2.5 ਮਹੀਨੇ ਬਾਅਦ ਇੱਕ 18/1/2019 ਨੂੰ, ਪਹਿਲਾਂ ਮੈਂ ਇਹ ਤੋਂ ਪਹਿਲੇ ਵਾਲਾ ਦੱਸ ਦੇਵਾਂ ਥੋੜ੍ਹਾ ਜਿਹਾ, ਜਦੋਂ ਇਹ ਨੋਟੀਫਿਕੇਸ਼ਨ ਆਈ ਇਹਦਾ ਮਤਲਬ ਹੁੰਦਾ ਕਿ ਸਾਡੀ ਸਾਰੀ ਜ਼ਮੀਨ ਸਭ ਕੁਝ ਅਸੀਂ ਐਮਸੀ ਦੇ ਕੋਲ ਹੋ ਗਿਆ, ਸਾਡੇ ਮਾਈ ਬਾਪ ਐਮਸੀ ਹੋ ਗਈ। ਠੀਕ ਹੈ ਜੀ। ਹੁਣ ਜਦੋਂ ਇਹ ਹੋ ਗਈ ਜਿੰਨਾ ਐਗਰੀਕਲਚਰ ਜ਼ਮੀਨ ਹੈ ਉਹ ਖਤਮ ਹੋ ਗਈ, ਸਾਡੀ ਅਰਬਨ ਹੋ ਗਈ ਇਹ ਨੋਟੀਫਿਕੇਸ਼ਨ ਦੇ ਹਿਸਾਬ ਨਾਲ। ਹੁਣ ਮਿਹਨਤ ਰੰਗ ਲਏ ਜੀ, ਬੜੀ ਪੁਸ਼ਤਾਂ ਤੋਂ ਅਸੀਂ ਸੁਣਦੇ ਆ ਰਹੇ ਸੀ ਵੀ ਮੋਹਾਲੀ ਐਮਸੀ ਬਣੀ ਹੈ ਜੀ, 1 ਏਕੜ 5 ਲੱਖ ਦਾ ਲਿਆ ਜੀ, ਮੇਰੇ ਤਾਂ 20 ਲੱਖ ਦਾ ਹੋ ਗਿਆ, ਐਮਸੀ 'ਚ ਆ ਗਿਆ। ਜੀਰਕਪੁਰ ਸੁਣਿਆ ਹੈ ਜੀ, ਹੁਣ ਅਸੀਂ ਜੀਰਕਪੁਰ ਜਾਈਏ ਜੀ 20-25 ਕਰੋੜ ਤੋਂ ਏਕੜ ਘੱਟ ਨਹੀਂ ਹੈ। ਸਾਰੇ ਅਫਸਰਾਂ ਨੂੰ ਪਤਾ ਹੈ, ਸਾਰੇ ਬੰਦਿਆਂ ਨੂੰ ਪਤਾ ਹੈ, ਸਾਰੇ ਨੁਮਾਇੰਦਿਆਂ ਨੂੰ ਪਤਾ ਹੈ। ਮੁੱਲਾਂਪੁਰ ਜਾਈਏ 25 ਕਰੋੜ ਤੋਂ ਘੱਟ ਨਹੀਂ। ਮੇਰੇ ਪਿੰਡ ਤੋਂ ਅੱਗੇ ਸ਼ੋਅਰੂਮ ਬਣ ਰਹੇ ਹੈ, ਕਲੋਨੀਆਂ ਬਣਨ ਲੱਗ ਗਈਆਂ, ਕੋਈ ਨਹੀਂ ਦਿੰਦਾ ਜੀ। ਇੱਧਰ ਤੋਗਾ ਧਨੋਣਾ ਨੂੰ ਜਾਈਏ ਸੜਕ ਬਣੀ ਹੈ, ਉੱਥੇ ਇਹ ਹੈ। ਮਤਲਬ ਇਹ ਹੋਇਆ ਜੀ ਜਦੋਂ ਐਮਸੀ 'ਚ ਤੁਹਾਡੀ ਲੈਂਡ ਆਉਂਦੀ ਹੈ ਨਾ ਉਹਦਾ ਕੀਮਤ ਬੜੀ ਵੱਧ ਜਾਂਦੀ ਹੈ, ਕਿਉਂਕਿ ਅਰਬਨ ਹੋ ਜਾਂਦਾ ਹੈ। ਜਿਵੇਂ ਅਸੀਂ ਕੁੜਤਾ ਪਜਾਮਾ ਪਾ ਕੇ ਕੋਟ ਪੈਂਟ ਪਾ ਲਿਆ ਨਾ ਜੀ, ਵੀ ਹੁਣ ਮਰੂਤੀ ਦੀ ਜਗ੍ਹਾ ਮਰਸੀਡੀਜ਼ ਲੈ ਲਈ, ਕਾਰ ਲੈ ਲਈ, ਅਸੀਂ ਅਰਬਨ ਹੋ ਗਏ, ਕੀਮਤ ਵੱਧ ਗਈ ਜੀ। ਸਮਝ ਗਏ ਜੀ। ਹੁਣ ਇਹਦੇ 'ਚ ਕੀ ਹੁੰਦਾ, ਬਿਜ਼ਨਸ ਕਰਨੇ ਦੀ ਖੁੱਲ੍ਹ, ਫ੍ਰੀ ਹੈਂਡ ਫॉर ਬਿਜ਼ਨਸ। ਮਤਲਬ ਤੁਸੀਂ ਆਟਾ ਚੱਕੀ ਲਾਓ, ਪੈਟਰੋਲ ਪੰਪ ਲਾਓ, ਸਬਵੇ ਖੋਲ੍ਹੋ, ਪਰ ਨਕਸ਼ਾ ਪਾਸ ਕਰਾ ਕੇ। ਅੱਜ ਜਿਵੇਂ ਮੋਹਾਲੀ 'ਚ ਹੁਣ ਏਅਰਪੋਰਟ ਰੋਡ 'ਤੇ ਖੁੱਲ੍ਹੇ ਹੈ, ਹਰੇਕ ਜਗ੍ਹਾ ਜੀਰਕਪੁਰ ਖੁੱਲ੍ਹਿਆ, ਮੁੱਲਾਂਪੁਰ ਸਾਡੇ ਅੱਗੇ ਖੁੱਲ੍ਹਿਆ ਸਾਰੰਗਪੁਰ ਤੋਂ। ਉਹ ਬੜੇ ਖੁਸ਼ ਨੇ ਜ਼ਿਮੀਂਦਾਰ, ਸਾਨੂੰ ਦਿਖਾਣੇ, ਕਹਿੰਦੇ ਭਾਈ ਸਾਡਾ ਤਾਂ ਕੰਮ ਇੰਨਾ ਵਧੀਆ ਹੋ ਗਿਆ ਕਿ ਰੱਬ ਨੇ ਸੁਣ ਲਈ, ਸਰਕਾਰਾਂ ਨੇ ਸੁਣ ਲਈ, ਲੈਂਡ ਪੂਲਿੰਗ ਕਰਤੀ, ਸਾਨੂੰ CLU ਕਰਤਿਆ। ਅਸੀਂ ਵੀ ਖੁਸ਼ ਹੋ ਗਏ ਵੀ ਉਹਨਾਂ ਦੇ ਬਰਾਬਰ ਅਸੀਂ ਵੀ ਹੋ ਜੂਗੇ, ਅਸੀਂ ਤਾਂ ਸੈਂਟਰ ਚੰਡੀਗੜ੍ਹ 'ਚ ਰਹਿੰਦੇ ਹਾਂ, ਉਹਨਾਂ ਤੋਂ ਵਧੀਆ ਹੋਊਗੇ। ਇਹ ਸੋਚ ਸੀ।
ਚਲੋ ਸਮੇਂ ਬੀਤਿਆ ਜੀ, ਅਸੀਂ ਕਿਹਾ ਅਸੀਂ ਵੀ ਬਿਜ਼ਨਸ ਕਰੂੰਗੇ। ਪਿੰਡਾਂ ਦੇ ਲੋਕ ਹੁਣ ਜ਼ਮੀਨਾਂ ਰਹਿਣੀਆਂ ਨਹੀਂ ਹੈ, ਦੁਕਾਨ ਖੋਲ ਲੂਗਾ, ਕੋਈ ਦੁਕਾਨ ਖੋਲ ਲੂ, ਕੋਈ ਕੁਛ ਹੈ, ਜਿਹਦੇ ਕੋਲ ਵੱਧ ਹੋਇਆ 2 ਦੁਕਾਨਾਂ ਖੋਲ ਲੂਗਾ, ਸ਼ੋਰੂਮ ਖੋਲ ਲੂਗਾ, ਜਿਹਦੇ ਕੋਲ ਘੱਟ ਹੋਇਆ ਜੀ ਛੋਟੀ ਖੋਲ ਲੂਗਾ, ਬਿਜ਼ਨਸ ਵੱਲ ਪੈ ਜਾਾਂਗੇ। ਇਹ ਨੋਟੀਫਿਕੇਸ਼ਨ ਦੇ ਹਿਸਾਬ ਨਾਲ ਅਸੀਂ ਵੀ ਸਿਸਟਮ 'ਚ ਪੈ ਗਏ। ਸਾਰੇ ਪਿੰਡ ਵਾਲੇ ਸੁਪਨੇ ਲੈਣ ਲੱਗ ਗਏ ਕਿ ਬਹੁਤ ਵਧੀਆ ਹੋਇਆ ਜੀ 23 ਦੇ 23 ਵਾਲੇ, ਤੇ ਸਾਡੇ ਘਰ ਰੈਗੂਲਰ ਹੋ ਜਾਣਗੇ ਜਿਹੜੇ ਬਾਹਰ ਲਾਲ ਲਕੀਰ ਤੋਂ ਬਾਹਰ ਬਣਾਏ ਆ, ਕਿਉਂਕਿ ਪਹਿਲਾਂ 1 ਵਜੇ ਫਿਰ 4 ਹੋਏ, ਫਿਰ 8 ਹੋਏ, ਵੀ ਸਾਡੇ ਸਾਰੀ ਇੱਦਾਂ ਦੀ ਪਾਲਿਸੀ ਆ ਜਾਊਗੀ, ਅਸੀਂ ਰੈਗੂਲਰ ਹੋ ਜਾਊਂਗੇ। ਚਲੋ ਜੀ ਠੀਕ ਹੈ, ਅਸੀਂ ਵੀ ਖੁਸ਼ ਸੀ ਵੀ ਠੀਕ ਹੋ ਗਿਆ, ਕੋਈ ਗੱਲ ਨਹੀਂ ਹੈ, ਅਸੀਂ ਨਾਲ ਹੈ, ਗੌਰਮੈਂਟ ਦੇ ਡਿਵੈਲਪਮੈਂਟ ਦੇ ਨਾਲ ਹੈ, ਔਰਗੇਨਾਈਜ਼ ਕਰੋ। ਉਹ ਤੋਂ ਬਾਅਦ ਜੀ 2.5-3 ਮਹੀਨੇ 18/1/2019 ਸਰਕਾਰ ਦਾ ਇੱਕ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਫਾਈਨੈਂਸ ਡਿਪਾਰਟਮੈਂਟ ਸਟੇਟ ਬ੍ਰਾਂਚ 2 ਅਜੋਏ ਕੁਮਾਰ ਸਿਨਹਾ IAS ਸੈਕਟਰੀ ਸਟੇਟ ਚੰਡੀਗੜ੍ਹ, ਇਹਨਾਂ ਨਾਲ ਫਰਮਾਨ ਆਂਦਾ ਹੈ ਜਾਂ ਨੋਟੀਫਿਕੇਸ਼ਨ ਆਂਦਾ ਹੈ, ਇਟ ਇਜ਼ ਕਲੈਰੀਫਾਈਡ ਡੈਟ ਏਰੀਆ ਆਊਟਸਾਈਡ ਵਾਦੀ ਸਟਾਫ ਸ਼ੈਲ ਵੀ ਕੰਟੀਨਿਊ ਟੂ ਬੀ ਕੰਟਰੋਲ ਬਾਈ ਪੰਜਾਬ ਨਿਊ ਕੈਪੀਟਲ ਪੈਰੀਫੇਰੀ ਕੰਟਰੋਲ ਐਕਟ 1900 ਐਜ਼ ਐਪਲੀਕੇਬਲ ਟੂ ਯੂਨੀਅਨ ਟੈਰੀਟਰੀ। ਇਹਦੇ 'ਚ ਕੀ ਹੈ ਜੀ, ਵੀ ਤੁਹਾਡੇ ਤੇ ਪੈਰੀਫੇਰੀ ਐਕਟ ਲਾਤਾ, ਮਤਲਬ 2.5 ਮਹੀਨੇ ਲਈ ਸਾਡੇ ਤੇ ਹੈ ਨਹੀਂ ਸੀ, ਇਹ ਨੋਟੀਫਿਕੇਸ਼ਨ ਜਾਰੀ ਕਰਕੇ ਲਾਤਾ। ਆਊਟਸਾਈਡ ਆਬਾਦੀ ਏਰੀਆ ਮਤਲਬ ਕਿ ਜਿੱਥੇ ਰਹਿਸ਼ੀ ਏਰੀਆ ਹੈ ਉੱਥੇ ਨਹੀਂ ਹੈਗਾ, ਬਾਕੀ ਜਿਹੜਾ ਐਗਰੀਕਲਚਰਲ ਏਰੀਆ ਹੈਗਾ ਉੱਥੇ ਪੈਰੀਫੇਰੀ ਐਕਟ ਲਾਗੂ ਕਰਤਾ। ਐਗਰੀਕਲਚਰ ਏਰੀਆ 'ਚ ਪੈਰੀਫੇਰੀ ਐਕਟ ਲਾਤਾ। ਇਹਦਾ ਐਕਟ ਦਾ ਮਤਲਬ ਕੀ ਹੈ ਜੀ, ਤੁਸੀਂ ਕੁਛ ਕੰਸਟਰਕਸ਼ਨ ਨਹੀਂ ਕਰ ਸਕਦੇ, ਇਹ ਮਤਲਬ ਹੈ। ਹਲਕੀ ਪੈਰੀਫੇਰੀ ਐਕਟ ਦੀ ਕੋਈ ਉਰੇ ਰਹੀ ਨਹੀਂ ਹੋਈ, ਕਿਉਂਕਿ ਇਹ 16 ਮਾਈਲਸ ਸੀ ਚੰਡੀਗੜ੍ਹ ਤੋਂ। ਮੋਹਾਲੀ ਵੀ ਇਹਦਾ ਮਤਲਬ ਤਾਂ ਇਲੀਗਲ ਬਣਿਆ ਹੈ ਜੀ, ਪੰਚਕੂਲਾ ਵੀ ਇਲੀਗਲ ਬਣਿਆ ਹੈ, ਮੁੱਲਾਂਪੁਰ ਇਲੀਗਲ ਬਣਿਆ, ਜ਼ੀਰਕਪੁਰ ਇਲੀਗਲ ਬਣਿਆ। ਇਹ ਸਿਰਫ ਚੰਡੀਗੜ੍ਹ ਦੇ ਪਿੰਡਾਂ ਲਈ ਰਹਿ ਗਿਆ ਵੀ ਚੰਡੀਗੜ੍ਹ ਦੇ ਪਿੰਡ ਹੈ, ਇਹ ਉਜਾੜੇ ਤੋਂ ਮਾੜਾ ਮੋਟਾ ਬਚ ਕਿੱਦਾਂਗੇ, ਇਹਨਾਂ ਨੂੰ ਪੂਰਾ ਉਜਾੜ ਦਈਏ। ਇਹਦਾ ਮਤਲਬ ਇਹ ਹੋਇਆ। ਭਾਈ ਸਾਹਿਬ ਪੰਜਾਬ ਨੂੰ ਕਿਉਂ ਨਹੀਂ ਰੋਕਿਆ ਤੁਸੀਂ? ਅਫਸਰ ਵੀ ਪੰਜਾਬ ਦੇ ਹੀ ਆਉਂਦੇ ਆ ਉਰੇ, ਹਰਿਆਣੇ ਤੋਂ ਵੀ ਆਉਂਦੇ, ਸੈਂਟਰ ਤੋਂ ਵੀ ਆਉਂਦੇ। ਮੇਰੀ ਸਮਝ ਤੋਂ ਬਾਹਰ ਹੈ ਵੀ ਇਹਨਾਂ ਨੇ ਉੱਥੇ ਕਿਉਂ ਨਹੀਂ ਰੋਕਿਆ, ਉਰੇ ਬੜਾ ਪਿੱਛੇ ਪੈ ਜਾਂਦੇ ਜੀ, ਫਟਾਫਟ ਕੰਮ ਚੱਕ ਦਿੰਦੇ ਆ। ਹੁਣ ਇਹਦੇ 'ਚ ਕੀ ਹੋਇਆ, ਸਾਨੂੰ ਰੋਜ਼ਗਾਰ ਇਹਦੇ ਹਿਸਾਬ ਨਾਲ ਅਸੀਂ ਕੁਝ ਨਹੀਂ ਕਰ ਸਕਦੇ। ਖੇਤੀ ਕਰਨੇ ਜੋਗਾ ਰਿਹਾ ਨਹੀਂ ਸਿਸਟਮ, ਸ਼ਹਿਰੀ ਹੋ ਗਿਆ। ਕਣਕ ਬੀਜੂਗੇ, ਕੁਝ ਛੱਲੀਆਂ ਬੀਜੂਗੇ, ਤੁਹਾਡੀਆਂ ਸਾਰੀਆਂ ਖਤਮ ਹੋ ਜਾਂਦੀਆਂ, ਕਿਉਂਕਿ ਸਿਸਟਮ ਇੱਦਾਂ ਰਹਿ ਗਿਆ, ਆਲੇ ਦੁਆਲੇ ਹੋ ਗਿਆ, ਕਿਤੇ ਮਾਰਕੀਟ ਆ ਗਈ, ਕਿਤੇ ਕੁਛ ਆ ਗਿਆ। ਹੁਣ ਆਲੇ ਦੁਆਲੇ ਤੁਸੀਂ ਪਿੰਡ ਲੈ ਲਏ, MCU ਦੇ ਸੈਂਟਰ 'ਚ ਜ਼ਮੀਨ ਛੱਡਤੀ। ਇਹ ਮੈਨੂੰ ਨਹੀਂ ਪਤਾ ਵੀ ਕਿਹੜਾ ਦਿਮਾਗ ਲਾਇਆ, ਕਿਹਨੇ ਕੀ ਕੀਤਾ। ਪਿਕ ਐਂਡ ਚੂਜ਼ ਪਾਲਿਸੀ, ਮੈਂ ਕਿਹਾ ਜੀ ਪਿਕ ਐਂਡ ਚੂਜ਼ ਤੋਂ ਵੀ ਮਾੜੀ ਹੈ। ਪਿਕ ਐਂਡ ਚੂਜ਼ ਤਾਂ ਫੇਰ ਠੀਕ ਹੁੰਦੀ ਹੈ ਵੀ ਪਿਕ ਕਰਕੇ ਚੂਜ਼ ਕਰ ਲਿਆ। ਇਹ ਤਾਂ ਜੀ ਇੱਦਾਂ ਕਰਤਾ ਵੀ ਅਸੀਂ ਜਿਹੜੇ ਜੱਦੀ ਪੁਸ਼ਤੀ ਬੰਦੇ ਆ ਜਿਨ੍ਹਾਂ ਨੇ ਜ਼ਮੀਨਾਂ ਖਰੀਦੀਆਂ ਜੀ, ਇਹ ਅੱਜ ਐਟ ਪ੍ਰੈਜ਼ੈਂਟ 5500 ਏਕੜ ਪਈ ਹੈ, ਤਕਰੀਬਨ 60,000 ਬੰਦਿਆਂ ਦੀ ਇਹ ਜ਼ਮੀਨ ਪਈ ਹੈ, ਸਿੰਗਲ ਰਜਿਸਟਰਡ ਆਨਲਾਈਨ ਡਾਟਾ ਹੈ। ਵੀ ਇਹਨਾਂ ਨੂੰ ਅਸੀਂ ਨਾ ਜੀ ਪਿੰਡ ਤਾਂ ਅਸੀਂ ਜਕੜਤੇ ਕਾਨੂੰਨ 'ਚ, ਇਹ ਵੀ ਜਕੜਤੀ ਜ਼ਮੀਨ, ਤੇ ਇਹਦੇ ਚੱਕਣ ਨਾਲ ਅਸੀਂ ਕਾਰੋਬਾਰ ਵੀ ਜੱਦੀ ਪੁਸ਼ਤੀ ਲੋਕਾਂ ਨੂੰ ਅਸੀਂ ਕਾਰੋਬਾਰ ਨਹੀਂ ਕਰਨ ਦੇਣਾ, ਇਹਨਾਂ ਦਾ ਉਜਾੜਾ ਕਰਨਾ ਹੈ ਚੰਗੀ ਤਰ੍ਹਾਂ। ਜਦੋਂ ਰਿਫਿਊਜੀਆਂ ਤੋਂ ਮਾੜਾ ਹਾਲ ਕਰਨਾ ਹੈ, ਤੁਸੀਂ ਪੁੱਛਿਆ ਸਟੇਟਸ ਕੀ ਹੈ, ਸਾਨੂੰ ਤਾਂ ਇਹ ਨਹੀਂ ਪਤਾ ਸ਼ਹਿਰੀ ਹੈ, ਪਿੰਡੂ ਹੈ ਜਾਂ ਰਿਫਿਊਜੀ ਹੈ। ਸਾਡਾ ਹਾਲ ਦਾ ਰਿਫਿਊਜੀਆਂ ਤੋਂ ਵੀ ਮਾੜਾ ਹੈ। ਇਹ ਦੇਖੋ ਪੈਰੀਫੇਰੀ ਐਕਟ ਬਾਕੀ ਜਗ੍ਹਾ ਖਤਮ ਹੈ, ਪੰਜਾਬ ਹਰਿਆਣਾ ਕਿੱਥੇ ਗਿਆ ਜੀ? 16 ਮਾਈਲਸ ਤੇ ਸੀ। ਕਰੋ, ਢਾਹ ਦਿਓ ਜੀ, ਮੋਹਾਲੀ ਢਾਹ ਦਿਓ, ਪੰਚਕੂਲਾ ਢਾਹ ਦਿਓ, ਇੱਧਰ ਮੁੱਲਾਂਪੁਰ ਢਾਹ ਦਿਓ, ਲਾਓ ਪੈਰੀਫੇਰੀ ਐਕਟ ਕਰੋ। ਕੱਲਾ 23 ਪਿੰਡਾਂ ਲਈ ਪੈਰੀਫੇਰੀ ਐਕਟ ਹੈ ਇਹ ਫਰਮਾਨ। ਫੋਰਨ ਕੰਟਰੀ ਦਾ ਇੱਕ ਫੈਸਿਲਿਟੀ ਦੇ ਰਹੇ ਆ ਤੁਹਾਨੂੰ ਵੀ ਇਹਨਾਂ ਨੇ ਸਾਡੇ ਵਾਸਤੇ ਕੁਰਬਾਨੀ ਦਿੱਤੀ, ਜ਼ਮੀਨਾਂ ਦਿੱਤੀਆਂ, ਤੇ ਉਹ ਦਿੱਤਾ ਹੈ ਵੀ ਇਹਨਾਂ ਨੂੰ ਅਸੀਂ ਕੋਈ ਸਪੈਸ਼ਲ ਪ੍ਰੋਵੀਜ਼ਨ ਦਈਏ। ਇਹਨਾਂ ਨੇ ਸਾਡੇ ਤੇ ਮੁਲਾਜ਼ਮ ਨੇ ਕੰਮਾਂਕਾਰਾਂ ਦੇ ਵੀ ਲੋਕ ਲਾ ਕੇ ਨੋਟੀਫਿਕੇਸ਼ਨ ਕਰਤੀ। ਚਲੋ ਜੀ ਕਰਤੀ, ਕੋਈ ਗੱਲ ਨਹੀਂ। ਇਹਦੇ ਵਿੱਚ ਮੇਰਾ ਖਿਆਲ ਅਸੀਂ ਮੈਂ 400-500 ਦਾ ਐਪਲੀਕੇਸ਼ਨਾਂ ਦੇ ਚੁੱਕਿਆ। ਹਾਂ, ਕੋਈ ਵੀ ਦੇਖੋ ਜਵਾਬ ਵੀ ਆਉਂਦੇ ਕਿ ਤੁਸੀਂ ਐਪਲੀਕੇਸ਼ਨ ਹੀ ਦਿੰਦੇ ਹੋ? ਦੇਖੋ ਜੀ ਜਵਾਬ ਮੇਰੇ ਕੋਲ ਇੱਕ ਚਿੱਠੀ ਆਈ ਹੈ। 300-400 ਐਪਲੀਕੇਸ਼ਨਾਂ ਪਾਉਣ ਤੋਂ ਬਾਅਦ ਇੱਕ ਚਿੱਠੀ ਆਈ ਹੈ, ਪਰ ਉਹ ਚਿੱਠੀ ਬੜੀ ਟਿਕਾਣੇ ਦੀ ਆਈ ਹੈ। ਉਹਦੇ 'ਚ ਉਹਨਾਂ ਨੇ ਮੰਨਿਆ ਹੈ MC ਨੇ ਵੀ ਭਾਈ ਸਾਹਿਬ ਅਸੀਂ ਗ੍ਰਾਮ ਪੰਚਾਇਤ ਲੈਂਡ ਤਾਂ ਸਾਡੇ ਅੰਡਰ ਹੈ, ਅਸੀਂ ਉਹਨੂੰ ਡਿਵੈਲਪ ਕਰਨ ਲੱਗੇ ਹਾਂ, ਤੇ ਤੁਹਾਡੀ ਲੈਂਡ ਪੂਲਿੰਗ ਦੀ ਅਜੇ ਕੋਈ ਸਕੀਮ ਦੇਖ ਰਹੇ ਹਾਂ, ਚੱਲ ਰਹੀ ਹੈ, ਪਤਾ ਨਹੀਂ ਸਿਰੇ ਚੜੂਗੀ ਨਹੀਂ ਚੜੂਗੀ। ਮੇਰੀ ਬੜੇ ਕਈਆਂ ਨਾਲ ਗੱਲ ਹੋਈ, ਕਹਿੰਦੇ ਜੀ ਉਰੇ ਲੈਂਡ ਘੱਟ ਹੈ, ਲੈਂਡ ਲੋਕ ਹੈ। ਅਫਸਰਾਂ ਨਾਲ ਵੀ ਗੱਲ ਹੋਈ, ਮੈਂ ਬੇਨਤੀ ਕੀਤੀ DC ਸਾਹਿਬ ਨੂੰ ਵੀ ਕੀਤੀ ਸੀ, ਮਾਨਯੋਗ ਬੜੇ ਅੱਛੇ ਹੈ, ਉਹਨਾਂ ਨੂੰ ਬੜੀ ਨੌਲੇਜ ਹੈ। ਮੈਂ ਕਿਹਾ DC ਸਾਹਿਬ ਐਪਲੀਕੇਸ਼ਨ ਵੀ ਦਿੱਤੀ, ਮੈਂ ਕਿਹਾ ਸਰ ਵੀ ਸਾਨੂੰ ਤੁਸੀਂ ਪੈਰੀਫੇਰੀ ਐਕਟ ਲੱਗਿਆ, ਸਾਨੂੰ ਅਰਬਨ ਸਟੇਟਸ ਕਰਕੇ ਕਲੈਕਟਰੇਟ ਅਰਬਨ ਕਰ ਦਿਓ ਜ਼ਮੀਨਾਂ ਦਾ। ਕੋਈ ਗੱਲ ਨਹੀਂ, ਉਹ ਆਪਾਂ ਜਿਵੇਂ ਚਲੀ ਜਾਊਗਾ ਆਪਾਂ ਬਾਅਦ 'ਚ ਦੇਖੀ ਜਾਊਂਗੇ, ਪਰ ਸਾਡਾ ਹੱਕ ਤਾਂ ਦੇ ਦਿਓ ਨਾ। ਇਹ ਤਾਂ ਕੰਸਟਰਕਸ਼ਨ ਨਹੀਂ ਕਰਨੀ, ਆਪਾਂ ਨਹੀਂ ਕਰਾਂਗੇ, ਪਰ ਕਲੈਕਟਰ ਰੇਟ ਅਰਬਨ ਦੇ ਹਿਸਾਬ ਨਾਲ ਕਰ ਦਿਓ। ਚਲੋ
ਉਹਨਾਂ ਦੇ ਵਿਚਾਰ ਅਧੀਨ ਹੈ ਇਹ ਮਾਮਲਾ ਵੀ 5-10% ਵਧਾ ਕੇ ਅਸੀਂ ਕੀ ਲੈਣਾ ਹੈ ਜੀ। ਅਸੀਂ ਤਾਂ ਪਹਿਲਾਂ ਹੀ ਉਜੜੇ ਹੋਏ ਹਾਂ। ਹੁਣ ਜਿਹੜਾ ਬਚ ਗਿਆ ਜਾਂ ਤਾਂ ਅਰਬਨ ਦੇ ਹਿਸਾਬ ਨਾਲ ਦਿਓ ਜਾਂ ਸਾਨੂੰ ਤੁਸੀਂ ਖੁੱਲ੍ਹ ਦੇ ਦਿਓ। ਪੈਰੀਫੇਰੀ ਐਕਟ ਚੱਕੇ ਦਿਓ ਵੀ ਬਾਕੀ ਜਗ੍ਹਾ ਦਾ ਚੱਕ ਹੋ ਗਿਆ, ਇਹਦਾ ਵੀ ਚੱਕ। ਜਦੋਂ ਇੱਕ ਅਫਸਰ ਦੇ ਸਾਈਨ ਨਾਲ 2.5 ਮਹੀਨੇ ਐਕਟ ਖਤਮ ਰਿਹਾ, ਮਹਾਰਾਜ ਅੱਗੇ ਵੀ ਖਤਮ ਰਹਿਣ ਦਿਓ। ਹੁਣ ਇਹ ਸਿਸਟਮ ਹੋਇਆ ਡੀਸੀ ਸਾਹਿਬ, ਐਡਵਾਈਜ਼ਰ ਸਾਹਿਬ, ਗਵਰਨਰ ਸਾਹਿਬ, ਅਸੀਂ ਸਾਰਿਆਂ ਨੂੰ ਬੇਨਤੀ ਕੀਤੀ ਹੈ ਜੀ ਵੀ ਇਹ ਸਾਰਾ ਕੁਝ ਚੱਕ ਕੇ ਸਾਡੇ ਤੁਸੀਂ ਇਹ ਨਾ ਕਰੋ ਵੀ ਸਾਨੂੰ ਨੌਕਰੀਆਂ ਤੋਂ ਰੋਕੋ। ਅਸੀਂ ਉਰੇ ਕੁਝ ਕਰੂੰਗੇ, 10 ਬੰਦਿਆਂ ਨੂੰ ਰੁਜ਼ਗਾਰ ਦੇਵਾਂਗੇ। ਪਲਾਨ ਕਰੋ, ਨਕਸ਼ੇ ਪਾਸ ਕਰਾਉਣ ਦਿਓ ਸਾਡੇ ਤੋਂ, ਅਸੀਂ ਪੇਮੈਂਟ ਕਰੂੰਗੇ, ਜਮ੍ਹਾਂ ਕਰਾਵਾਂਗੇ ਪੈਸੇ। CLU ਕਰੋ, ਚੇਂਜ ਐਂਡ ਲੈਂਡ ਯੂਜ਼, ਪੈਸੇ ਜਮ੍ਹਾਂ ਕਰਾ ਕੇ ਕੰਮ ਕਰਨ ਦਿਓ। ਨਹੀਂ ਤਾਂ ਇਹਦਾ ਉਲਟ ਕੀ ਅਸਰ ਹੋ ਰਿਹਾ, ਜਿਹੜੀਆਂ ਜ਼ਮੀਨਾਂ ਵੈਸੇ ਤਾਂ ਕਬਜ਼ੇ ਹੋ ਚੁੱਕੇ ਆ ਇਲੀਗਲ, ਹੁਣ ਤੁਸੀਂ ਸਾਨੂੰ ਲੀਗਲ ਕੰਮ ਨਹੀਂ ਕਰਨ ਦਓਗੇ। ਅਸੀਂ ਤਾਂ ਮਹਾਰਾਜ ਫਿਰ ਇਲੀਗਲ ਖੇਤਾਂ 'ਚ ਬੰਦੇ ਹੀ ਬੈਠਣਗੇ। ਔਰ ਜਦੋਂ ਤੱਕ ਇਹਨਾਂ ਦੀ ਪਾਲਿਸੀ ਬਣਨੀ ਹੈ, ਮੈਨੂੰ ਨਹੀਂ ਲੱਗਦਾ ਵੀ ਕੋਈ ਲੈਂਡ ਖਾਲੀ ਬਚੂਗੀ ਮੇਰੇ ਹਿਸਾਬ ਨਾਲ। ਮੈਂ ਰਿਸਪੈਕਟਡ ਐਡਮਿਨਿਸਟ੍ਰੇਸ਼ਨ ਦੇ ਆਫੀਸਰ ਸਾਹਿਬ, ਮੈਂ ਉਰੇ ਤੋਂ ਬਚਪਨ ਤੋਂ ਦੇਖਿਆ। ਮੇਰੇ ਪਿਤਾ ਜੀ ਵੀ ਸਰਪੰਚ ਸੀ, ਮੇਰੇ ਘਰ ਤੋਂ ਮੇਰੇ ਦਾਦਾ ਜੀ ਵੀ ਪੰਚਾਇਤ ਸੀ, ਜੱਦੀ ਪੁਸ਼ਤੀ ਮੇਰਾ ਪੜਦਾਦਾ ਵੀ ਉਰੇ ਜੰਮਿਆ ਹੋਇਆ ਹੈ। ਮਹਾਰਾਜ ਇਹ ਜ਼ਮੀਨ ਰਹਿ ਗਈ, ਸਿਰਫ ਤੁਸੀਂ ਬਚਾ ਸਕਦੇ ਹੋਏ ਬਚਾ ਲਓ ਕੋਈ ਪਾਲਿਸੀ ਲਿਆ ਕੇ, ਅਦਰਵਾਈਜ਼ ਸਲਮ ਬਣੂਗੇ ਜੀ ਉਰੇ, ਸਲਮ। ਐਗਜ਼ਾਮਪਲ ਦੇ ਦਿੰਦਾ ਹੈ, ਹੁਣ ਕਿਸੇ ਨੂੰ ਮੈਂ ਸਪੈਸੀਫਿਕ ਟਾਰਗੇਟ ਨਹੀਂ ਮੈਂ ਕਰਦਾ, ਤੁਸੀਂ ਕਿਸੇ ਵੀ ਪਿੰਡ 'ਚ ਜਾ ਕੇ ਦੇਖ ਲਓ, ਸਲਮਾਂ ਵਾਲੀ ਹਾਲਤ ਹੋਈ ਹੈ। ਕਿਉਂ ਹੋਈ ਹੈ? ਪਾਲਿਸੀ ਨਹੀਂ ਹੈ। ਜੇ ਤੁਸੀਂ ਇੱਕ ਪਾਲਿਸੀ ਬਣਾਓਗੇ, ਅਸੀਂ ਆਪਣੇ ਆਪ ਇੱਕ ਆਰਗੇਨਾਈਜ਼ ਢੰਗ ਨਾਲ ਨਕਸ਼ਾ ਪਾਸ ਕਰਾ ਕੇ ਚੀਜ਼ ਬਣਾਉਂਗੇ। ਸਾਡਾ ਵੀ ਜੀ ਕਰਦਾ, ਅਸੀਂ ਚੰਡੀਗੜ੍ਹ ਦੇ ਓਰੀਜਨਲ ਇਨਹੈਬੀਟੈਂਟ ਹੈ, ਸਾਡਾ ਨਹੀਂ ਜੀ ਕਰਦਾ ਕਿ ਸਾਫ ਸੁਥਰੇ ਪਾਰਕਾਂ 'ਚ ਰਹੀਏ, ਅਸੀਂ ਵੀ ਇਲੀਗਲ ਅਸੀਂ ਸਲਮ ਲਾਈਕ ਏਰੀਏ 'ਚ ਰਹੀਏ। ਕੰਮ ਤੁਸੀਂ ਨਹੀਂ ਕਰਨ ਦਿੰਦੇ। ਹੁਣ ਮੇਰਾ ਪੰਪ ਨਿਕਲਿਆ, ਚਲੋ ਪੰਪ ਦਾ ਮੇਰੀ ਅਲੱਗ ਫਾਈਟ ਹੈ ਜੀ, ਕਿਸੇ ਦਾ ਇਹਦੇ ਨਾਲ ਰਿਲੇਸ਼ਨ ਨਹੀਂ, ਮੇਰਾ ਫਾਈਟ ਲੜ ਰਿਹਾ ਹੈ। ਜੇ ਇੱਕ ਤੁਸੀਂ ਕਿਸੇ ਨੂੰ ਕੰਮ ਰੋਜ਼ਗਾਰ CLU ਨਹੀਂ ਦਓਗੇ, ਜਾਂ ਇਹ ਮੈਂ ਇਕੱਲੇ ਨੂੰ ਨਹੀਂ ਆਪਣੀ ਗੱਲ ਕਰਦਾ, ਮੈਨੂੰ ਨਾ ਵੀ ਮਿਲੇ ਕੋਈ ਗੱਲ ਨਹੀਂ, ਮੈਂ ਤਾਂ ਆਪਣਾ ਜੋ ਕਰਨੀ ਕਾਨੂੰਨੀ ਕਾਰਵਾਈ ਕਰੂੰਗਾ। ਪਰ ਇਹ ਮਹਾਰਾਜ ਪਾਲਿਸੀਆਂ ਗਲਤ ਹੈ। ਤੁਸੀਂ ਇੱਕ ਇੱਦਾਂ ਦਾ ਸਿਸਟਮ ਬਣਾਓ ਕਿ ਸਭ ਵਾਸਤੇ ਉਰੇ ਪਾਲਿਸੀ ਲੈ ਕੇ ਆਓ। ਦੇਖੋ ਜੀ, ਜਿਹਦੇ ਕੋਲ ਜ਼ਮੀਨ ਹੈ ਉਹਨੂੰ ਸ਼ੇਅਰ ਦੇ ਦਿਓ। ਪੰਜਾਬ 'ਚ ਹੈ ਲੈਂਡ ਪੁਲਿੰਗ ਦਾ ਮਤਲਬ ਕਿਆ ਹੈ? ਉਹ ਏਕੜ ਦੇ ਹਿਸਾਬ ਨਾਲ ਹੈ। ਜਿਹਦੇ ਕੋਲ ਹੈ ਜੀ 2 ਕਨਾਲ ਡਿਵੈਲਪ ਕਰਕੇ ਦੇ ਦਿੰਦੇ ਆ। ਇਹ ਕਹਿੰਦੇ ਜੀ ਉਰੇ ਹੋ ਨਹੀਂ ਭਾਈ ਜੀ, ਉਰੇ ਕਿਉਂ ਨਹੀਂ ਹੋ ਸਕਦਾ? ਮੇਰੇ ਕੋਲ 2 ਏਕੜ ਹੈ ਜੀ, ਮੈਨੂੰ ਉਹਦੇ ਹਿਸਾਬ ਨਾਲ ਦੇ ਦਿਓ। ਜਿਹਦੇ ਕੋਲ ਨਹੀਂ ਹੈ ਰਹਿਣ ਦਿਓ, ਉਹ ਜਿਹਦੇ ਕੋਲ ਹੈ ਉਹਨੂੰ ਦੇ ਦਿਓ। ਇਹ ਤਾਂ ਤੁਹਾਨੂੰ 20 ਸਾਲ ਪਹਿਲਾਂ ਬਣਾਉਣੀ ਚਾਹੀਦੀ ਸੀ ਜਦੋਂ ਚੰਡੀਗੜ੍ਹ ਬਣਿਆ। ਵੈਸੇ ਸਿੱਧੂ ਸਾਹਿਬ ਨੇ ਪੰਪ ਦੀ ਗੱਲ ਵੀ ਛਿੜੀ ਹੈ, ਉਹ ਹੈ ਤਾਂ ਦੇਖੋ ਕੁਛ ਨਾ ਕੁਛ ਪੈਰੀਫੇਰੀ ਐਕਟ ਦੇ ਨਾਲ ਤਾਲੁਕ ਹੀ ਰੱਖਦਾ ਹੈ। ਪਰ ਮੈਂ ਸਿਆਸੀ ਖਬਰ ਨਹੀਂ ਕਰਨਾ ਚਾਹ ਰਿਹਾ, ਪਰ ਫਿਰ ਵੀ ਜੇ ਅਸੀਂ ਫੈਕਟਸ ਵੱਲ ਵੀ ਜਾਈਏ, ਜਿਵੇਂ ਪਹਿਲਾਂ ਵੀ ਕਿਹਾ ਹੈ, ਮੈਂਬਰ ਪਾਰਲੀਮੈਂਟ ਇੱਥੇ BJP ਦੇ ਨੇ ਸਰ, ਵੀ ਨੋਮੀਨੇਟਡ ਕਾਉਂਸਲਰ ਨੇ। ਗਵਰਨਰ ਸਾਹਿਬ ਜੋ ਐਡਮਿਨਿਸਟ੍ਰੇਟਰ ਨੇ ਉਹ ਨੋਮੀਨੇਟ ਕਰਦੇ ਨੇ। BJP ਦੇ ਸਰ ਜਿਹੜੇ ਨੇ ਸੀਨੀਅਰ ਆਗੂ ਨੇ। ਪਰ ਹੈਰਾਨੀ ਦੇਖੋ, ਸਾਰੰਗਪੁਰ ਪਿੰਡ ਤੋਂ ਆਉਂਦੇ ਨੇ ਸਰ, ਜੋ ਕਿ ਹੁਣ MC ਦਾ ਹਿੱਸਾ ਹੈ। ਸਾਰੰਗਪੁਰ ਪਿੰਡ ਨੂੰ ਗੋਦ ਲਿਆ ਸੀ ਮੈਂਬਰ ਪਾਰਲੀਮੈਂਟ ਮੈਡਮ ਕਿਰਨ ਖੇਰ ਨੇ। ਫਿਲਮ ਸਿਟੀ ਦਾ ਵੀ ਉੱਥੇ ਜੋ ਹੈ ਗੱਲ ਤੁਰੀ ਸੀ ਵੀ ਫਿਲਮ ਸਿਟੀ ਬਣਾਈ ਜਾਏਗੀ, ਚਲੋ ਉਹ ਗੱਲ ਪਿੱਛੇ ਹੀ ਰਹਿ ਗਈ। ਰੋਜ਼ਗਾਰ ਤਾਂ ਉੱਥੇ ਹੋਰ ਕੀ ਦੇਣਾ ਸੀ ਕੇਂਦਰ ਨੇ ਜਾਂ ਮੈਂਬਰ ਪਾਰਲੀਮੈਂਟ ਨੇ? ਜਿਹੜੇ ਬੰਦੇ ਨੇ ਵਸਨੀਕ ਨੇ, ਸਾਰੰਗਪੁਰ ਦਾ ਵਸਨੀਕ ਹੈ ਬੰਦਾ ਇਹ ਸਿੱਧੂ ਸਾਹਿਬ, ਜਿਹੜੇ ਵਸਨੀਕ ਨੇ ਖੁਦ ਸੋਚਿਆ ਆਪਣੀ ਜ਼ਮੀਨ 'ਤੇ ਹੀ ਚਲੋ ਮੈਂ ਪੰਪ ਲਾ ਲਾਂ, 4 ਬੰਦਿਆਂ ਨੂੰ ਰੋਜ਼ਗਾਰ ਦਿਆਂ, ਇਹਨਾਂ ਨੂੰ ਉਹ ਵੀ ਨਹੀਂ ਕਰਨ ਦਿੱਤਾ ਜਾ ਰਿਹਾ। ਕਾਰਨ ਕੀ ਹੈ? ਅੜਿਆ ਕਿੱਥੇ ਪਿਆ ਹੈ ਕੰਮ? ਪੈਰੀਫੇਰੀ ਐਕਟ 'ਤੇ। ਮੈਂ ਸਰ ਠੀਕ ਕਿਹਾ ਕਿ ਗਲਤ ਕਿਹਾ? ਠਾਕੁਰ ਸਾਹਿਬ ਤੁਸੀਂ ਬਿਲਕੁਲ ਠੀਕ ਕਿਹਾ। ਮਤਲਬ ਕਿ ਸਰਕਾਰ ਨੇ ਕਰਨਾ ਨਹੀਂ, ਜੇ ਤੁਸੀਂ ਪਿੰਡ ਦੇ ਨੁਮਾਇੰਦੇ ਹੋਣ ਦੇ ਨਾਤੇ ਤੁਸੀਂ ਆਪ ਵੀ ਕਰਨ ਲੱਗੇ ਹੋ ਤਾਂ ਕੋਈ ਨਾ ਕੋਈ ਦਾ ਪੇਜ ਖੇਡ ਕੇ ਕਾਨੂੰਨੀ ਤਾਂ ਉਹ ਕੰਮ ਅੜਾ ਦਿੱਤਾ। ਬਿਲਕੁਲ ਸਹੀ ਗੱਲ ਹੈ ਜੀ। ਹੁਣ ਮੇਰੀ ਜ਼ਮੀਨ ਹੈ ਜੀ ਜੱਦੀ ਪੁਸ਼ਤੀ, ਮੇਰਾ ਉੱਥੇ ਸਾਰਾ ਨਕਸ਼ਾ ਨੁਕਸ਼ਾ ਪਾਸ ਹੋਇਆ A to। ਮੈਂ ਕਿਹਾ ਚਲੋ ਹੁਣ ਇਹ ਆ ਗਿਆ ਜੀ ਵੀ ਟੋਟਲ ਅਰਬਨ ਸਟੇਟ ਰੈਵਨਿਊ ਸਟੇਟ ਆ ਗਈ, ਹੁਣ ਆਪਾਂ ਨੂੰ ਕੋਈ ਦਿੱਕਤ ਨਹੀਂ ਹੋਊਗੀ, ਆਪਾਂ ਪਰਮਿਸ਼ਨਾਂ ਮਿਲਣਗੀਆਂ। ਨਾਲੇ ਧਨਾਸ ਲੱਗਿਆ, ਧਨਾਸ ਉਹ ਸਰਕਾਰ ਦੀ ਅਕਵਾਇਰਡ ਲੈਂਡ ਪਈ ਸੀ ਸਿਟਕੋ ਦਾ, ਉਹਨਾਂ ਨੇ ਲਾਤਿਆ। ਸਿਟਕੋ ਕਿਰਾਇਆ ਦਿੰਦੀ ਹੈ ਜੀ ਐਡਮਿਨਿਸਟ੍ਰੇਸ਼ਨ ਦਾ, ਸਕੂਲ ਦੇ ਕੋਲ। ਹੁਣ ਜਦੋਂ ਸਾਡੀ ਵਾਰੀ ਆਈ, ਕਹਿੰਦੇ ਜੀ ਇਹਦਾ ਪੈਰੀਫੇਰੀ ਐਕਟ ਹੈ। ਮੈਂ ਕਿਹਾ ਜੀ ਕੋਈ ਗੱਲ ਨਹੀਂ, ਪੈਰੀਫੇਰੀ ਐਕਟ ਹੈ ਤਾਂ ਐਸੈਂਸ਼ੀਅਲ ਚੀਜ਼ ਹੈ, ਇੱਕ ਐਸੈਂਸ਼ੀਅਲ ਕਮੋਡਿਟੀ ਚਾਹੁੰਦੀ ਹੈ। ਇਹਦੇ 'ਚ ਤਾਂ ਪੈਰੀਫੇਰੀ ਐਕਟ ਦਾ ਰੋਲ ਨਹੀਂ, ਐਸੈਂਸ਼ੀਅਲ ਨੂੰ ਤੁਸੀਂ ਰੋਕ ਨਹੀਂ ਸਕਦੇ। ਬਾਕੀ ਕਹਿੰਦੇ ਨਹੀਂ ਜੀ ਪੈਰੀਫੇਰੀ ਐਕਟ ਹੈਗਾ। ਤੇ ਰਹੀ ਗੱਲ ਇਹਦੇ 'ਚ ਨਾ ਜੀ MC ਹਾਊਸ, ਸਾਰੇ ਹਾਊਸ ਨੇ ਨਾ ਜੀ ਲੈਂਡ ਪੁਲਿੰਗ ਪਾਲਿਸੀ ਪਾਸ ਕਰਕੇ ਭੇਜੀ ਸੀ ਜੀ। ਇਹ ਮੇਰੇ ਕੋਲ ਸਾਰਾ ਰਿਕਾਰਡ ਹੈ, ਮਿੰਟਸ ਹੈ ਹਾਊਸ ਦੇ, ਆ ਤੁਸੀਂ ਦੇਖ ਸਕਦੇ ਹੋ। 23 ਪਿੰਡਾਂ ਲਈ ਜੀ ਇਹ ਸੈਕਟਰੀ ਲੋਕਲ ਗਵਰਨਮੈਂਟ ਕੋਲ ਗਿਆ ਹੋਇਆ ਪਾਸ ਹੋਣਾ। ਹੁਣ
ਅਫਸਰ ਸਹਿਬਾਨ ਦੇਖਣਗੇ ਵੀ ਇਹਦਾ ਕੀ ਹੈ। ਅਸੀਂ ਤਾਂ ਕਹੂੰਗੇ ਵੀ ਇਹੀ ਚੀਜ਼ ਬਚੀ ਹੈ, ਸਾਨੂੰ ਪੰਜਾਬ ਜਾਂ ਹਰਿਆਣੇ ਤੋਂ ਵੀ ਅੱਛੀ ਇੱਕ ਲੈਂਡ ਪੂਲਿੰਗ ਮਿਲੇ ਤਾਂ ਜੋ ਸਾਡਾ ਕੋਈ ਵੀ ਸਾਡਾ ਕੰਮ ਧੰਦਾ ਨਾ ਰੋਕੇ। ਨਹੀਂ ਤਾਂ ਫਿਰ ਕੰਮ ਧੰਦੇ ਕਿੱਦਾਂ ਹੈ ਜੀ। ਪਹਿਲਾਂ ਦੇਖੋ ਮੈਂ ਕਿਸੇ ਦਾ ਨਾਮ ਨਹੀਂ ਲਊਂਗਾ ਐਡਮਿਨਿਸਟ੍ਰੇਸ਼ਨ 'ਚ, ਪਤਾ ਫਿਰ ਸਿਸਟਮ ਖਰਾਬ ਹੁੰਦਾ ਹੈ। ਅਗਲਾ ਕਹਿੰਦਾ ਪਤਾ ਨਹੀਂ ਮੈਂ ਕਰਾ ਰਿਹਾ। ਇਹਦੇ 'ਚ ਐਦਾਂ ਜੇ ਤੁਸੀਂ ਹੁਣ ਸਾਨੂੰ ਜਿਹੜੇ ਜੱਦੀ ਵਜਨੀਕ ਹੈ ਸਾਨੂੰ ਅਸੀਂ ਤਾਂ CLU ਕਰਾਉਣ ਨੂੰ ਤਿਆਰ ਹੈ, ਨਹੀਂ ਦਊਂਗੇ ਉਹਦੇ 'ਚ ਕਿਆ ਹੁੰਦਾ ਜੀ। ਫਿਰ ਅਸੀਂ ਤਾਂ ਰੋਜੀ ਰੋਟੀ ਖਾਣੀ ਹੈ। ਆ ਕੇ ਕਿਰਾਏ ਤੇ ਇੱਕ ਇੱਕ ਮਰਲੇ ਤੇ ਹੋਰ ਬੈਠ ਜਾਣਗੇ। ਹੌਲੇ ਹੌਲੇ 10 20 30 50 2000 10 ਹਜ਼ਾਰਾਂ ਦੀ ਗਿਣਤੀ ਹੋ ਜਾਊਗੀ। ਫਿਰ ਐਡਮਿਨਿਸਟ੍ਰੇਸ਼ਨ ਨੇ ਕਹਿਣਾ ਜੀ ਤੁਸੀਂ ਬਿਠਾ ਲਏ, ਫਿਰ ਇਹਨਾਂ ਦੇ ਘਰ ਤੋੜੀਏ, ਫਿਰ ਇਲੀਗਲ ਕੰਮ ਹੋ ਜਾਣਾ। ਫਿਰ ਕਹਿਣਗੇ ਜੀ ਐਦਾਂ ਕਰਦੇ ਆ ਜੀ, ਫਿਰ ਇਹਨਾਂ ਨੂੰ ਮਕਾਨ ਦੇ ਦਿੰਦੇ ਆ। ਮਤਲਬ ਇਹਦੇ 'ਚ ਮੈਂ ਇੱਕ ਗੱਲ ਹੋਰ ਲਿਆਉਂਗਾ, ਮਾਰਬਲ ਮਾਰਕੀਟ ਸਾਰੰਗਪੁਰ 'ਚ ਬਣੀ ਹੈ, ਖਿਲਾਫ ਨਹੀਂ ਹੈ ਅਸੀਂ ਉਹਦੇ, ਉਹਨਾਂ ਨੂੰ ਪਲਾਟ ਦੇ ਰਹੇ ਹਾਂ ਜੀ ਮਲੋਏ ਦੇ ਕੋਲ। ਜਿਨ੍ਹਾਂ ਦੀ ਤਾਂ ਜ਼ਮੀਨ ਹੈ ਇਹ ਦੇਖੋ ਪਾਲਿਸੀ, ਉਹਨਾਂ ਨੂੰ ਕੁਝ ਨਹੀਂ ਮਿਲਣਾ। ਜਿਨ੍ਹਾਂ ਦੀ ਜੱਦੀ ਜ਼ਮੀਨ ਹੈ, ਜਿਨ੍ਹਾਂ ਦੇ ਬਾਪ ਦਾਦਾ ਪੜਦਾਦਾ ਜੰਮੇ ਹੀ ਉੱਥੇ, ਉਹਨਾਂ ਨੂੰ ਨਹੀਂ। ਉਹਨਾਂ ਨੂੰ ਨਹੀਂ, ਜਿਹੜੇ ਉੱਥੇ ਕਿਰਾਏ ਤੇ ਬੈਠੇ ਹੈ ਵੀ ਉੱਥੇ ਬੈਠੇ ਉਹਨਾਂ ਵਾਸਤੇ ਪਲਾਟ ਹੈ। ਹੁਣ ਮੇਰੀ ਇਹ ਸਮਝ ਨਹੀਂ ਆ ਰਿਹਾ ਵੀ ਅਸੀਂ ਸਰਕਾਰੀ ਲੈਂਡ ਤੇ ਬੈਠਣ ਵਾਸਤੇ ਜਾਂ ਉੱਥੇ ਬੈਠੇ ਉਹਨਾਂ ਵਾਸਤੇ ਪਲਾਟ, ਸਾਡੇ ਲਈ ਕੋਈ ਪਾਲਿਸੀ ਕਿਉਂ ਨਹੀਂ ਆਉਂਦੀ। ਹੁਣ ਇਹ ਮੇਰੀ ਗੱਲ ਸਮਝ ਨਹੀਂ ਆਈ ਅੱਜ ਤੱਕ ਵੀ ਉਹਨਾਂ ਲਈ ਸਕੀਮ ਤਾਂ ਬੜੀ ਛੇਤੀ ਬਣ ਗਈ, ਪਿੰਡ ਵਾਲਿਆਂ ਲਈ ਸਕੀਮ ਕਿਉਂ ਨਹੀਂ ਬਣਦੀ। ਪਹਿਲਾਂ ਤਾਂ ਅਜਾੜੇ ਦੀ ਨਹੀਂ ਬਣੀ। ਅਸੀਂ ਤਾਂ ਮੈਂ ਥੋੜ੍ਹਾ ਜਿਹਾ ਕਿਤਾਬਾਂ ਪੜ੍ਹਨ ਦਾ ਸ਼ੌਕੀ ਹੈ, ਥੋੜ੍ਹਾ ਜਿਹਾ ਫੋਰਨ ਦਾ ਵੀ ਪੜ੍ਹਦਾ ਹੈ ਵੀ ਕਿਵੇਂ ਓਰੀਜਨਲ ਹੈਬੀਟੈਂਟ 'ਚ ਕੀ ਹੋਇਆ, ਕੀ ਡਿਵੈਲਪਮੈਂਟ ਹੋਈ, ਮੈਂ ਸਾਰਾ ਪੜ੍ਹਿਆ। ਸਾਰਿਆਂ ਨੇ ਫੈਸਿਲਿਟੀਆਂ ਦਿੱਤੀਆਂ ਜੀ। ਨੰਬਰ 1 US, ਨੰਬਰ 2 ਕੈਨੇਡਾ, ਇੱਦਾਂ ਨਾ ਸਾਰਾ ਕੁਛ ਹੈ। ਮਤਲਬ ਕਿ ਉਹਨਾਂ ਨੂੰ ਬਹੁਤ ਕੁਛ ਰਹਿਤਾ ਹੈ ਕਿ ਇਹਨਾਂ ਨੇ ਸਾਡੇ ਵਾਸਤੇ ਬਹੁਤ ਕੁਛ ਕੀਤਾ ਹੈ। ਇਹ ਚੰਡੀਗੜ੍ਹ ਇਹੋ ਜਿਹਾ ਸ਼ਹਿਰ ਹੈ ਜੀ, ਇਹ ਪੱਥਰਾਂ ਦਾ ਹੀ ਸ਼ਹਿਰ ਹੈ ਵੀ ਜਿਨ੍ਹਾਂ ਨੇ ਇਹਨਾਂ ਲਈ ਕੀਤਾ ਨਾ ਵੀ ਉਹਨਾਂ ਨੂੰ ਮਾਰੂਗੇ ਕਿਵੇਂ, ਜਿਵੇਂ ਇਹ ਬਚ ਗਏ। ਇਹ ਬਚ ਕਿਵੇਂ ਗਏ, ਇਹਨਾਂ ਨੂੰ ਅਸੀਂ ਕੁਝ ਵੀ ਨਹੀਂ ਕਰਨ ਦੇਣਾ। ਇਹ ਹੁਣ ਜੀ ਮੇਰੀ ਅਫਸਰ ਸਾਹਿਬਾਨਾਂ ਨੂੰ, DC ਸਾਹਿਬ, ਆਪਣੇ ਐਡਵਾਈਜ਼ਰ ਸਾਹਿਬ, ਗਵਰਨਰ ਸਾਹਿਬ, ਸਭ ਨੂੰ ਬੇਨਤੀ ਹੈ, ਪੋਲੀਟੀਕਲ ਬੰਦਿਆਂ ਨੂੰ ਵੀ ਦੇਖੋ ਆਪਾਂ ਜੋ ਮਰਜ਼ੀ ਕਰੀਏ ਪਰ ਜਿਹੜਾ ਸਾਡਾ ਹੱਕ ਹੈ ਉਹ ਅਸੀਂ ਹੁਣ ਦੇਖੋ, ਚਾਹੇ ਤਾਂ ਅਸੀਂ ਕਾਨੂੰਨੀ ਲਈਏ ਚਾਹੇ ਜਿਵੇਂ ਮਰਜ਼ੀ ਲਈਏ, ਹੁਣ ਇੰਨਾ ਧੱਕਾ ਨਹੀਂ ਹੋਣ ਦੇਵਾਂਗੇ ਜਿੰਨਾ ਪਹਿਲਾਂ ਹੋਇਆ। ਕਿਉਂਕਿ ਬਹੁਤ ਜਾਗਰਤੀ ਆ ਚੁੱਕੀ ਹੈ, ਬਹੁਤ ਜਾਗਰਤੀ। 30 ਦਿਨ ਖਤਰਾ ਰਹਿੰਦਾ ਜੀ, ਅਸੀਂ ਫਲਾਣਾ ਕਰ ਦਈਏ, ਮਸ਼ੀਨ ਆਜੂ, JCB ਕਿਉਂ ਆਜੂ ਜੀ, ਪਾਲਿਸੀ ਇੱਕ ਪ੍ਰੋਪਰ ਪਾਲਿਸੀ ਬਣਾਓ ਜੀ, ਕਿਉਂ ਆਜੂ ਮਸ਼ੀਨ। ਇਹ ਉਹੀ ਜੇ ਆਪਾਂ ਸਿਟੀ ਬਿਊਟੀਫੁਲ ਦਾ ਵੀ ਇਹ ਹਾਲ ਹੈ, ਫਿਰ ਤਾਂ ਜੀ ਉਰੇ ਪਿੰਡਾਂ ਦਾ ਕੁਝ ਨਹੀਂ ਹੋਣਾ, ਉਰੇ ਦਾ ਸਲਮ ਬਣਨੇ ਹੈ ਜੀ। ਫਿਰ ਜੇ ਅਫਸਰਾਂ ਨੂੰ ਬੇਨਤੀ ਹੈ, ਜੇ ਰੋਕ ਸਕਦੇ ਹੋਏ LO ਸਾਹਿਬ, DC ਸਾਹਿਬ, ਐਡਵਾਈਜ਼ਰ ਸਾਹਿਬ, ਹੋਮ ਸੈਕਟਰੀ ਸਾਹਿਬ, ਫਾਈਨੈਂਸ ਸੈਕਟਰੀ ਸਾਹਿਬ, ਜੋ ਵੀ ਉਰੇ ਅਹੁਦੇ 'ਤੇ ਬੈਠੇ ਹੈ, ਇਹ ਨਿਬੜਨਾ ਤਾਂ ਹੈ ਜੀ, ਬੜਾ ਸਟੈਪ ਲੈਣਾ ਪੈਣਾ। ਸਭ ਤੋਂ ਜ਼ਰੂਰੀ ਹੈ ਜੀ ਸੀਤੀਆ ਸਾਹਿਬ, ਚੀਫ ਆਰਕੀਟੈਕਟ ਸਾਹਿਬ, ਚੀਫ ਇੰਜੀਨੀਅਰ ਸਾਹਿਬ, ਓਝਾ ਸਾਹਿਬ, ਉਹ ਜਿਹੜੀ ਵੀ ਫਾਈਲ ਉਹ ਕਹਿੰਦੇ ਆ ਜੀ ਉੱਥੇ ਤੋਂ ਪਾਸ ਨਹੀਂ ਹੋਈ ਜੀ, ਸੀਤੀਆ ਸਾਹਿਬ ਕਹਿੰਦੇ ਆ ਹਜੇ ਹੋਈ ਨਹੀਂ, ਪਤਾ ਨਹੀਂ ਮੇਰੀ ਸਮਝ ਤੋਂ ਬਾਹਰ ਹੈ ਜੀ। ਮੈਂ ਇਹਦਾ ਕਹਿੰਦਾ ਇਹ ਵੀ ਇੱਕ ਥੋੜ੍ਹਾ ਜਿਹਾ ਦਾਇਰੇ ਤੋਂ ਹਟ ਕੇ ਬਣਾਉਣਾ। ਹੁਣ 38ਵਾਂ ਸੈਕਟਰ ਹੈ ਜੀ, ਉਹ ਕਾਨੂੰਨ 'ਚ ਨਹੀਂ ਸੀ, ਬੜਾ ਵਧੀਆ ਬਣਿਆ, ਉੱਦਾਂ ਦੇ ਸੈਕਟਰ ਬਣਾ ਦਿਓ, ਲੈਂਡ ਪੂਲਿੰਗ ਉੱਦਾਂ ਦੇ ਦਿਓ। ਕਿਹਦੀ ਗੱਲ, ਉਹ ਸੈਕਟਰ ਕਿਹੜਾ ਹੈ ਸੀ, ਉਹ ਕਿਹੜਾ ਲੀਕ ਆਰਬਿਟਰ ਨੇ ਬਣਾ ਤਿਆ। ਜਿਹੜੀ ਚੀਜ਼ ਨਹੀਂ ਕਰਨੀ ਹੁੰਦੀ ਲੀਕ ਆਰਬਿਟਰ ਦਾ ਨਾਮ ਠੋਕ ਦਿੰਦੇ ਆ, ਜਿਹੜੀ ਕਰਨੀ ਹੁੰਦੀ 38ਵਾਂ ਸੈਕਟਰ ਮੈਂ ਕਹਿੰਦਾ ਬਿਊਟੀਫੁਲ ਸੈਕਟਰ ਹੈ, ਇਹੋ ਜਿਹੇ ਸੈਕਟਰ ਬਣਾ ਦਿਓ। 20-30 ਸੈਕਟਰ ਹੋਰ ਬਣ ਜਾਣੇ ਆ ਇਹ ਜੇ, ਉਹਦੇ ਜੋ ਜ਼ਿਮੀਂਦਾਰਾਂ ਨੂੰ ਇੱਕ ਹਿੱਸੇਬਾਜੀ ਉਹ ਜਿੱਥੇ ਕਮਰਸ਼ੀਅਲ ਹੈ ਉਹ ਦੇ ਦਿਓ, ਜਿੱਥੇ ਰੈਜ਼ੀਡੈਂਸ਼ੀਅਲ ਲੋਕਾਂ ਦਾ ਵੀ ਭਲਾ ਹੋ ਜਾਊਗਾ। ਇੱਕ ਉਹ ਪਤਾ ਨਹੀਂ ਸਕੀਮਾਂ ਕਿਤੇ ਕਰੀ, IT ਪਾਰਕ ਲੈ ਗਏ, ਉੱਥੇ ਕੈਚਮੈਂਟ ਏਰੀਆ ਫਲਾਣਾ। ਉਹ ਮਹਾਰਾਜ ਜਿਹੜਾ ਏਰੀਆ ਉਹਦਾ ਹੁਣ ਸਾਰੰਗਪੁਰ ਹੈ ਜੀ, ਟੋਟਲ ਕਮਰਸ਼ੀਅਲ ਏਰੀਆ ਨਾਲ ਸਾਰਾ ਕਮਰਸ਼ੀਅਲ ਡਿਵੈਲਪ ਹੋਇਆ 100 ਏਕੜ ਜ਼ਮੀਨ ਪਈ ਹੈ ਜੀ ਉੱਥੇ ਅਨਕੁਆਇਰਡ, ਕੋਈ ਪ੍ਰਪੋਜ਼ਲ ਨਹੀਂ। ਜਿੱਦਣ ਉੱਥੇ ਸਲਮ ਏਰੀਆ ਬਣ ਗਿਆ, ਦੱਬ ਹੋ ਗਈ, ਉਦਣ ਠੀਕ ਹੈ। ਮੈਂ ਤਾਂ ਉਸ ਦਿਨ ਫਿਰ ਪੀਲਾ ਪੰਜਾ, ਉੱਥੇ ਪੀਲਾ ਪੰਜਾ। ਮੈਂ ਤਾਂ ਬੇਨਤੀ ਕਰੂੰਗਾ ਜੀ ਸਾਨੂੰ ਵੀ ਮਾਰਬਲ ਵਾਲਿਆਂ ਦੀ ਤਰਜ਼ ਤੇ ਕਿਤੇ ਕਨਾਲ ਦੇ ਪਲਾਟ ਦੇ ਹੋ ਸਕਦੇ ਦੇ ਦਿਓ। ਨਹੀਂ ਮਤਲਬ ਹਾਲ ਹੈ ਜੀ ਐਦਾਂ ਵੀ ਸਾਨੂੰ ਵੀ ਤੁਸੀਂ ਇੱਕ ਕੋਈ ਦਰਜਾ ਦੇ ਦਿਓ, ਰੈੱਡ ਇੰਡੀਅਨ ਵਾਲਾ ਪੱਕੇ ਦਰਜੇ ਸਰਟੀਫਿਕੇਟ ਦੇ ਕੇ ਕੋਈ ਨਾ ਕੋਈ ਸਪੈਸ਼ਲ ਸਾਡੇ ਵਾਸਤੇ ਫੈਸਿਲਿਟੀਆਂ ਕਰੋ ਵੀ ਸਾਨੂੰ, ਅਸੀਂ ਤਾਂ ਆਪਣੀ ਜ਼ਮੀਨ 'ਤੇ ਕੰਮ ਕਰ ਰਹੇ, ਤੁਸੀਂ ਉਹ ਤਾਂ ਕਰਨ ਦਿਓ। ਹਾਲ ਇੱਦਾਂ ਜਿਵੇਂ ਸਿੱਧੂ ਸਾਹਿਬ ਕਹਿੰਦੇ ਨੇ ਹੁਣ ਬਿਆਨ ਨਹੀਂ ਹੋ ਰਿਹਾ, ਹਾਲ ਹੈ ਕਿਵੇਂ ਦਾ। ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਸਤਿੰਦਰ ਸਿੱਧੂ ਜੀ। ਦੇਖੋ ਸਵਾਲ ਬੜੇ ਵਾਜਬ ਨੇ, ਜਿਵੇਂ ਸਿੱਧੂ ਸਾਹਿਬ ਨੇ ਵੀ ਕਿਹਾ ਵੀ ਜਦੋਂ ਕੋਈ ਬੰਦਾ ਨਜਾਇਜ਼ ਤੌਰ ਤੇ ਆ ਕੇ ਝੁੱਗੀ ਝੌਂਪੜੀ ਬਣਾ ਕੇ ਰਹਿਣ ਲੱਗ ਜਾਂਦਾ ਹੈ, ਚੰਡੀਗੜ੍ਹ ਦੇ ਵਿੱਚ
ਜਦੋਂ ਸਾਲ 2 ਸਾਲ 5 10 ਸਾਲ ਬਾਅਦ ਉਸ ਨੂੰ ਚੱਕਿਆ ਜਾਂਦਾ ਹੈ, ਪੀਲਾ ਪੰਜਾ ਚਲਾਇਆ ਜਾਂਦਾ ਹੈ, ਤਾਂ ਹਾਏ ਤੌਬਾ ਤਾਂ ਹੁੰਦੀ ਹੈ, ਪਰ ਨਾਲ ਦੀ ਨਾਲ ਸਕੀਮ ਆ ਜਾਂਦੀ ਹੈ, ਉਹਨਾਂ ਨੂੰ ਫਲੈਟ ਬਣਾ ਕੇ ਦੇ ਦਿੱਤੇ ਜਾਂਦੇ ਨੇ ਬੇਹੱਦ ਘੱਟ ਰੇਟਾਂ ਤੇ। ਕਿਹਨਾਂ ਨੂੰ? ਜਿਨ੍ਹਾਂ ਦਾ ਇਸ ਚੰਡੀਗੜ੍ਹ ਦੇ ਵਿੱਚ ਕੁਝ ਵੀ ਨਹੀਂ ਸੀ, ਜੋ ਆ ਕੇ ਇਲੀਗਲ ਤੌਰ ਤੇ ਬੈਠੇ। ਪਰ ਜਿਹੜੇ ਜੱਦੀ ਪੁਸ਼ਤੀ ਪਿੰਡਾਂ ਵਾਲੇ ਨੇ, ਉਹ ਅੱਜ ਵੀ ਕਹਿ ਰਹੇ ਨੇ ਕਿ ਜ਼ਮੀਨ ਮੇਰੇ ਕੋਲ ਪਈ ਹੈ, LOI ਹੋਈ ਹੈ, ਪਰ ਆਖਰ ਮੈਂ ਆਪਣੀ ਹੀ ਜ਼ਮੀਨ ਤੇ ਕਾਰੋਬਾਰ ਕਿਉਂ ਨਹੀਂ ਕਰ ਸਕਦਾ? ਪੈਰੀਫੈਰੀ ਐਕਟ ਕਿਉਂ ਲਾਇਆ ਗਿਆ? ਪਿਕ ਐਂਡ ਚੂਜ਼ ਕਿਉਂ ਕੀਤਾ ਗਿਆ? ਤੇ ਦੂਜੀ ਗੱਲ, ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀ ਬਈ ਜੇ ਕੇਂਦਰ ਕੁਛ ਨਹੀਂ ਦੇ ਰਹੀ, ਕਿਉਂਕਿ UT ਕੇਂਦਰ ਦੇ ਅੰਦਰ ਆਉਂਦਾ ਹੈ ਜੀ, UT ਹੈ, ਜੇ ਕੇਂਦਰ ਇੱਥੇ ਕੋਈ ਰੁਜ਼ਗਾਰ ਨਹੀਂ ਦੇ ਸਕੀ ਜਾਂ ਕੋਈ ਐਸੀ ਪਾਲਿਸੀ ਹਾਲੇ ਤੱਕ ਨਹੀਂ ਆਈ, ਪਰ ਜੇ ਇੱਕ ਐਸੇ ਪਿੰਡ ਦਾ ਵਸਨੀਕ ਜਿਸ ਨੂੰ ਉਜਾੜ ਕੇ ਜਾਂ ਜਿਸ ਦੇ ਕੁਝ ਹਿੱਸੇ ਨੂੰ ਉਜਾੜ ਕੇ ਚੰਡੀਗੜ੍ਹ ਵੀ ਬਣਾਇਆ ਗਿਆ, ਉਹ ਵਸਨੀਕ ਕਹਿੰਦਾ ਹੈ ਕਿ ਕੋਈ ਨਾ ਜੀ, ਮੈਂ ਇੱਥੇ ਕੁਝ ਲਾਣਾ ਹੈ ਕਾਰੋਬਾਰ ਤੇ ਮੈਂ ਰੁਜ਼ਗਾਰ ਵੀ ਦਿਆਂਗਾ 4 5 10 ਲੋਕਾਂ ਨੂੰ, ਪਰ ਉਸ ਨੂੰ ਵੀ ਉਹ ਕਰਨ ਨਹੀਂ ਦਿੱਤਾ ਜਾਂਦਾ। ਆਖਿਰ ਕਿਉਂ? ਸਭ ਤੋਂ ਵੱਡਾ ਸਵਾਲ, ਜਿਵੇਂ ਸ਼ੁਰੂਆਤ ਹੋਈ ਸੀ ਅਫਸਰ ਸਾਹਿਬਾਨਾਂ ਨੂੰ, ਹੈ ਕਿ ਕੀ ਸਤਿੰਦਰ ਸਿੱਧੂ ਜੀ ਤੇ ਇਹਨਾਂ ਵਰਗੇ ਹੋਰ ਜਿਹੜੇ ਪਿੰਡਾਂ ਦੇ ਵਸਨੀਕ ਨੇ, ਉਹਨਾਂ ਨੂੰ ਕਦੇ ਇਹ ਗੱਲ ਸਾਫ਼ ਹੋ ਸਕੇਗੀ ਕਿ ਉਹ ਪੇਂਡੂ ਨੇ ਜਾਂ ਸ਼ਹਿਰੀ ਨੇ ਜਾਂ ਰਿਫਿਊਜੀ ਨੇ? ਕੈਮਰਾ ਪਰਸਨ ਮਨੋਜ ਦੇ ਨਾਲ ਠਾਕੁਰ, ਅਮਨਦੀਪ ਸਿੰਘ, ਦ ਖਬਰਸਾਰ, ਚੰਡੀਗੜ੍ਹ।